ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਪੰਜਾਬ ਦੀ ਬੇਚੈਨੀ, ਪੰਜਾਬ ਦੇ ਵਿਚਲੀ ਰੈਸਟਲੈਸਨੈਸ ਨੂੰ, ਐਗਰੈਸਿਵਨੈਸ ਨੂੰ, ਦਿਸ਼ਾਹੀਨ ਦਲੇਰੀ ਨੂੰ ਜਦੋਂ ਆਪਾਂ ਵੇਖਦੇ ਹਾਂ ਤਾਂ ਫਿਰ ਇਹ ਜਿਹੜੀ ਸੀਰੀਜ਼ ਸਾਡੀ ਹੈ ਬਹੁਤ ਹੀ ਐਕੂਰੇਟ ਨਜ਼ਰ ਆਉਂਦੀ ਹੈ, ਕਿਉਂਕਿ ਇਸ ਸੀਰੀਜ਼ ਦੇ ਵਿੱਚ ਆਪਾਂ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਬੇਚੈਨੀ ਜਿਹੜੀ ਚੰਗੀ ਦਿਸ਼ਾ 'ਚ ਵੀ ਜਾ ਸਕਦੀ ਹੈ, ਜਿਹਦੇ ਵਿੱਚੋਂ ਵੱਡੀਆਂ ਵੱਡੀਆਂ ਲਹਿਰਾਂ ਨਿਕਲੀਆਂ ਨੇ ਬੇਚੈਨੀ 'ਚੋਂ, ਉਹ ਬੇਚੈਨੀ ਦਿਸ਼ਾਹੀਨ ਕਿਉਂ ਹੋ ਜਾਂਦੀ ਹੈ। ਇਸ ਬੇਚੈਨੀ ਦਾ ਰੂਟ ਕਾਜ਼ ਕੀ ਹੈ, ਇਹਦੇ ਲਈ ਅਲੱਗ-ਅਲੱਗ ਖੇਤਰਾਂ ਦੇ ਐਕਸਪਰਟ ਸਾਡੇ ਨਾਲ ਆਪਣਾ ਸਮਾਂ ਕੱਢ ਕੇ ਜੁੜ ਰਹੇ ਨੇ। ਔਰ ਅੱਜ ਦੇ ਜਿਹੜੇ ਮੇਰੇ ਖਾਸ ਮਹਿਮਾਨ ਨੇ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ, ਪੁਲਿਸਿੰਗ ਦੇ ਨਾਲ ਬਹੁਤ ਨੇੜੇ ਤੋਂ ਜੁੜੇ ਰਹੇ ਨੇ। ਮੇਰੇ ਨਾਲ ਨੇ ਗੁਰਦਿਆਲ ਸਿੰਘ ਪੰਧੇਰ, GS ਪੰਧੇਰ, ਜੋ ਪੰਜਾਬ ਦੇ ਵਿੱਚ ਵੀ ਜਦੋਂ ਬਹੁਤ ਕਰੂਸ਼ੀਅਲ ਟਾਈਮ ਸੀ, ਜਦੋਂ ਆਪਰੇਸ਼ਨ ਬਲੂ ਸਟਾਰ, ਜਿਹਨੂੰ ਆਪਰੇਸ਼ਨ ਬਲੂ ਸਟਾਰ ਕਹਿਣ ਤੇ ਵੀ ਕੁਝ ਲੋਕਾਂ ਦੇ ਸੈਂਟੀਮੈਂਟ ਹਰਟ ਹੁੰਦੇ ਆ, ਕਿਉਂਕਿ ਉਸ ਨੂੰ ਆਪਰੇਸ਼ਨ ਬਲੂ ਸਟਾਰ ਨੂੰ ਸਿੱਖਾਂ ਦੀ ਇੱਕ ਬਹੁਤ ਪਵਿੱਤਰ ਜਗ੍ਹਾ ਦੇ ਉੱਤੇ ਅਟੈਕ ਮੰਨਿਆ ਗਿਆ ਸਟੇਟ ਵੱਲੋਂ, ਔਰ ਅਟੈਕ ਸੀ। ਉਸ ਸਮੇਂ ਦੇ ਕਰੂਸ਼ੀਅਲ ਦੌਰ ਦੇ ਵਿੱਚ ਵੀ BSF ਦੇ DGP ਰਹੇ GS ਪੰਧੇਰ ਜੀ, ਔਰ ਉਸ ਤੋਂ ਬਾਅਦ ਮਨੀਪੁਰ ਵਰਗੀਆਂ ਸਟੇਟਸ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਬਤੌਰ DGP ਨਿਭਾਈਆਂ ਨੇ। ਰਿਟਾਇਰ ਹੋ ਚੁੱਕੇ ਨੇ, ਪਰ ਬਹੁਤ ਹੀ ਗਹਿਰਾਈ ਦੇ ਨਾਲ ਦੇਖਦੇ ਨੇ ਚੱਲਦੇ ਹੋਏ ਮਸਲਿਆਂ ਨੂੰ। ਮੈਂ ਸ਼ਾਮਿਲ ਕਰਦੇ ਹੋਏ GS ਪੰਧੇਰ ਸਾਹਿਬ ਜੀ ਦਾ ਸਵਾਗਤ ਕਰਦੀ ਹਾਂ ਸਰ। ਥੈਂਕ ਯੂ ਸਰ, ਮੈਂ ਪਹਿਲਾ ਸਵਾਲ ਤੁਹਾਡੇ ਵੱਲ ਇਹੀ ਲੈ ਕੇ ਆਉਣਾ ਚਾਹਾਂਗੀ ਕਿ ਤੁਸੀਂ ਪੰਜਾਬ ਨੂੰ ਉਸ ਮੌਕੇ ਵੀ ਦੇਖਿਆ ਜਦੋਂ ਜਿਹੜੀ ਪੰਜਾਬ ਦੇ ਵਿਚਲੀ ਬੇਚੈਨੀ ਸੀ ਉਹ ਐਟ ਦਾ ਪੀਕ ਸੀ। ਸੋ ਅੱਜ ਵੀ ਤੁਸੀਂ ਪੰਜਾਬ ਨੂੰ ਦੇਖ ਰਹੇ ਹੋ। ਤੁਸੀਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਇਸ ਬੇਚੈਨੀ ਦੀ ਵਜ੍ਹਾ ਨੂੰ ਕੀ ਮੰਨਦੇ ਹੋ? ਕਿਹੜੇ ਕਾਰਨ ਨੇ ਇਹਦੇ ਪਿੱਛੇ? ਇਸ ਦੇ ਬਹੁਤ ਕਾਰਨ ਹੈਗੇ। ਇੱਕ ਤੇ ਇਹ ਹੈ ਕਿ ਪੰਜਾਬੀਜ਼ ਆਰ ਵੈਰੀ ਸੈਲਫ ਰਿਸਪੈਕਟਿੰਗ ਪੀਪਲ ਐਂਡ ਐਕਸਟਰੋਵਰਟ ਪੀਪਲ, ਔਰ ਜਿਹੜਾ ਆਪਦੀ ਜੇਬ ਚੋਂ 2 ਪੈਸੇ ਵੱਧ ਖਰਚ ਦੇਣਗੇ, ਗੈਸਟ ਨੂੰ ਲੁੱਕ ਆਫਟਰ ਕਰਦੇ ਆ, ਔਰ ਕਾਫੀ ਖਰਚਾ ਕਰਨ ਵਾਲੇ ਆ। ਪਰ ਜਦੋਂ ਉਹਨੂੰ ਸਾਰੇ ਪਾਸੇ ਦੇਖਦਾ ਕਿ ਕਰਪਸ਼ਨ ਹੀ ਕਰਪਸ਼ਨ ਵੱਧ ਰਹੀ ਹੈ ਤੇ ਕਿਸੇ ਸ਼ਰੀਫ ਆਦਮੀ ਨੂੰ ਕੋਈ ਕੰਮ ਨਹੀਂ ਹੁੰਦਾ ਹੈਗਾ, ਤੇ ਐਮਪਲੋਇਮੈਂਟ ਜਨਰੇਸ਼ਨ ਜਿਹੜੀ ਹੋਣੀ ਆ ਉਹ ਨਹੀਂ ਹੋ ਰਹੀ, ਤੇ ਜਿਹੜੀਆਂ ਜਗ੍ਹਾ ਖਾਲੀ ਪਈਆਂ ਨੇ ਉਹ ਵੀ ਨਹੀਂ ਹੋ ਰਹੀਆਂ, ਹਰ ਪਾਸੇ ਮਿਸਮੈਨੇਜਮੈਂਟ ਹੈ, ਉਹ ਰੀਜ਼ਨ ਹੈਗਾ। ਵੱਡੀ ਗੱਲ ਇਹ ਆ ਕਿ ਸਾਡਾ ਜਿਹੜਾ ਯੂਥ ਹੈਗਾ, ਮੇਰੇ ਪਿੰਡ ਦੇ ਵਿੱਚੋਂ ਹਰ ਸਾਲ 5 ਤੋਂ 20 ਬੰਦੇ ਕੈਨੇਡਾ ਜਾਂਦੇ ਆ। ਤੇ ਕਿਉਂ ਜਾਂਦੇ ਆ ਕਿ ਜੀ ਉੱਥੇ ਉਹਨਾਂ ਨੂੰ ਚੰਗੀ ਆ, ਉਹਨਾਂ ਨੂੰ ਮਿਸਗਾਈਡਿੰਗ ਵੀ ਕੀਤਾ ਜਾਂਦਾ ਹੈਗਾ। ਤੇ ਉਹਨਾਂ ਨੂੰ ਮੈਂ ਜਾ ਕੇ 10ਵੀਂ 11ਵੀਂ 12ਵੀਂ ਤੇ ਸਟੂਡੈਂਟਸ ਤੇ ਟੀਚਰਸ ਨੂੰ ਗਾਈਡ ਕਰਦਾ ਕਿ ਵੀ ਕੈਨੇਡਾ ਜਾਣਾ ਚਾਹੋ, ਉਹਦੇ 4 ਤਰੀਕੇ ਹੈਗੇ ਜਾਣ ਦੇ। ਇੱਕ ਤਾਂ ਤੁਸੀਂ 12ਵੀਂ ਪਾਸ ਕਰਕੇ ਜਾਂਦੇ ਹੋ, ਆਈਲੈਟ ਦਾ 25-30 ਹਜ਼ਾਰ ਰੁਪਇਆ ਟੀਚਿੰਗ ਵਾਲੇ ਨੂੰ ਦਿੰਦੇ ਹੋ, ਫਿਰ 15,000 ਆਈਲੈਟ ਦੀ ਐਗਜ਼ਾਮੀਨੇਸ਼ਨ ਫੀ ਦੇ ਕੇ ਜਾਂਦੇ ਹੋ, ਫਿਰ ਵੀ ਤੁਹਾਡੇ 6 ਪੁਆਇੰਟ ਆਉਂਦੇ ਆ, 6.5 ਆਉਂਦੇ ਆ, ਉਹ ਤੁਹਾਨੂੰ ਜਿਹੜੇ ਹੈਗੇ ਏਜੰਟ ਖਾ ਜਾਂਦੇ ਆ। ਫਿਰ ਉਹ ਵਿਚਾਲੇ ਉੱਥੇ ਜਾ ਕੇ ਵੀ ਤੁਸੀਂ 3rd ਰੇਟ ਕਾਲਜ ਤੁਹਾਨੂੰ ਐਡਮਿਸ਼ਨ ਮਿਲਦੀ ਹੈ, ਕਈ ਵਾਰੀ ਅਨਰੈਕਗਨਾਈਜ਼ ਦੇ ਵਿੱਚ ਵੀ ਹੈਗੀ ਹੈ। ਤੇ ਫਿਰ ਤੁਸੀਂ ਉੱਥੇ ਘਟੀਆ ਤੋਂ ਘਟੀ ਜੌਬ ਕਰਦੇ ਆ, ਜੇ ਸਫਾਈ ਕਰਮਚਾਰੀ ਹੋਟਲ 'ਚ ਭਾਂਡੇ ਮਾਂਜਣੇ ਕਰਦੇ ਹੋ, ਤੇ ਫਿਰ ਤੁਹਾਨੂੰ BTech ਜਾਂ BA ਕਰਨ ਤੋਂ ਬਾਅਦ ਵੀ ਅੱਛੀ ਜੌਬ ਨਹੀਂ ਮਿਲਦੀ। ਉਦੋਂ ਬਾਅਦ PR ਹੋਣ 'ਚ ਵੀ ਤੁਹਾਨੂੰ ਟਾਈਮ ਲੱਗਦਾ, ਤੇ ਤੁਸੀਂ ਠੀਕ ਢੰਗ ਨਾਲ ਜਾਓ। ਇੱਕ ਤਾਂ ਇਹ ਆ ਕਿ ਇੱਥੇ 2 ਸਾਲ ਦੀ ਕਰੋ ਕਿਸੇ ਚੰਗੀ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਚਟਕਾਰਾ ਯੂਨੀਵਰਸਿਟੀ ਜਾਂ ਹੋਰ 'ਚ, ਤੇ ਉਹ ਤੋਂ ਬਾਅਦ ਲੇਟਰਲ ਟ੍ਰਾਂਸਫਰ ਕਰੋ, ਤੁਹਾਡੇ ਉਹ ਕ੍ਰੈਡਿਟ ਵੀ ਸ਼ਿਫਟ ਹੋ ਜਾਣਗੇ, ਉਹਦੇ 'ਚ ਤੁਹਾਨੂੰ ਕੰਪੈਰੇਟਿਵ ਜੌਬ ਵੀ ਘੱਟ ਮਿਲੇਗੀ, ਖਰਚਾ ਵੀ 2 ਸਾਲ ਦਾ ਹੋਏਗਾ। ਤੇ ਤੀਜਾ, ਜੌਬ ਵੀ ਸਾਈਡ ਜੌਬ ਮਿਲ ਜਾਏਗੀ PR 'ਚ ਵੀ। ਤੇ ਸਭ ਤੋਂ ਵਧੀਆ ਹੈਗਾ ਕਿ ਇੱਥੋਂ BTech ਜਾਂ BSc ਨਰਸਿੰਗ ਜਾਂ BA ਕਰਕੇ ਜਾਓ, ਉੱਥੇ ਤੁਹਾਨੂੰ ਜਾਂਦਿਆਂ ਸਾਰ ਇੱਕ ਤਾਂ MTech ਕਰਨ 'ਚ 1.5 ਸਾਲ 'ਚ ਹੋ ਜਾਏਗੀ, ਖਰਚਾ ਘੱਟ ਹੋਏਗਾ, ਤੇ ਸਾਈਡ ਜੌਬ ਵੀ ਅੱਛੀ ਮਿਲੇਗੀ। ਪਰਮਾਨੈਂਟ ਹੋਣ 'ਚ ਵੀ ਤੁਹਾਨੂੰ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ, ਇਹ ਇੱਕ ਵੱਡਾ ਨੈਕਸਸ ਹੈ। ਤੇ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸੀਗਾ। ਮੈਂ ਕਿਹਾ ਵੀ ਤੁਸੀਂ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਜੇ ਤੁਹਾਡੇ 80% ਨੰਬਰ ਹੈਗੇ ਤੇ BTech ਵਿੱਚ ਲੱਗੇ ਹੋ, ਤੇ ਤੁਹਾਨੂੰ 80% ਤੁਹਾਡੀ ਫੀਸ ਦੀ ਬੈਂਕ ਲੋਨ ਮਿਲ ਜਾਏਗਾ। ਤੋ ਇਸ ਤਰੀਕੇ ਨਾਲ ਜਾਓ। ਉਹਨਾਂ ਨੂੰ ਗਾਈਡੈਂਸ ਕੋਈ ਨਹੀਂ ਹੈਗੀ ਪਿੰਡਾਂ ਦੇ ਵਿੱਚ, ਜਿਹੜੇ ਅਸੀਂ ਪਿੰਡਾਂ ਦੇ ਬੰਦੇ ਆ, ਉੱਠ ਕੇ ਕੋਈ ਚੰਡੀਗੜ੍ਹ ਰਹਿ ਗਿਆ, ਕੋਈ ਪਟਿਆਲੇ ਰਹਿ ਗਿਆ, ਸਾਡਾ ਪਿੰਡਾਂ ਨਾਲੋਂ ਲਿੰਕ ਟੁੱਟ ਗਿਆ। ਉਹਨਾਂ ਨੂੰ ਕੋਈ ਗਾਈਡ ਕਰਨ ਵਾਲੇ ਨੇ, ਸਟੂਡੈਂਟਸ ਨੂੰ। ਪਿੰਡਾਂ ਦੇ ਸਕੂਲਾਂ ਦਾ ਬੁਰਾ ਹਾਲ ਹੈ, ਟੀਚਰਸ ਘੱਟ ਨੇ ਜਾਂ ਹੋਰ ਨੇ। ਤਾਂ ਤੁਸੀਂ ਪਿੰਡ ਦੇ ਸਕੂਲ 'ਚ ਜਾਓ, ਜਾ ਕੇ ਉੱਥੇ ਪਤਾ ਕਰੋ ਕੀ ਉਹਦੀ ਸ਼ਾਰਟੇਜ ਨੇ, ਸਰਪੰਚ ਨੂੰ ਬੁਲਾਓ, ਜ਼ਰੂਰ ਦੀ ਪ੍ਰੋਬਲਮ ਹੈਗੀ ਆ,
ਇੰਪਲੋਇਮੈਂਟ ਜਨਰੇਸ਼ਨ ਪਿਛਲੇ 10 ਸਾਲ ਤੋਂ ਭਰਤੀ ਨੇ, ਹੁਣ ਪੁਲਿਸ ਦੇ ਵਿੱਚ ਸਿਪਾਹੀ ਭਰਤੀ ਹੋਣਾ ਹੋਵੇ, ਇੱਕ ਤਾਂ ਟਾਈਮ ਬੜਾ ਲੱਗਦਾ, ਇੱਕ ਉਹਦੇ ਚ ਕਰਪਸ਼ਨ ਬੜੀ ਹੈ। ਇਸੇ ਤਰ੍ਹਾਂ ਹੋਰ ਮਹਿਕਮਿਆਂ ਦੇ ਵਿੱਚ ਵੀ ਭਰਤੀ ਹੋਣ ਵਾਸਤੇ ਜਿਵੇਂ ਚਪੜਾਸੀ ਦਾ 8-10 ਲੱਖ ਰੁਪਇਆ ਲੱਗ ਜਾਂਦਾ ਹੈਗਾ, ਤਾਂ ਫਿਰ ਬਹੁਤ ਬੁਰੀ ਹਾਲਤ ਹੋ ਰਹੀ ਹੈ, ਸਾਰੀ ਐਡਮਿਨਿਸਟ੍ਰੇਸ਼ਨ ਹੀ ਖਰਾਬ ਹੋਈ ਵੀ ਹੈ। ਜਿਹੜਾ ਸਾਡੇ ਇਹ 7-8 ਸਾਲ ਉਹ ਪ੍ਰੈਜ਼ੀਡੈਂਟ ਰੂਲ ਰਹਿ ਗਿਆ, ਉਹਦੇ ਚ ਬਿਊਰੋਕਰੈਟਸ ਆਊਟ ਆਫ ਕੰਟਰੋਲ ਹੋ ਗਏ ਨੇ, ਤੇ ਇਸ ਕਰਕੇ ਉਹ ਆਪਣੀ ਸਰਵਿਸ ਦੀ ਬਜਾਏ, ਸਰਵਿਸ ਸਮਝਣ ਦੀ ਬਜਾਏ ਬੌਸਿੰਗ ਦੀ ਜ਼ਿਆਦਾ ਕਰਦੇ ਆ, ਸਰਵਿਸ ਘੱਟ ਕਰਦੇ ਆ। So there is a need to improve the bureaucracy, which include the education, teachers, doctors, police and all that. ਤਾਂ ਜਾ ਕੇ ਇਹਦਾ ਇਲਾਜ ਹੋਏਗਾ। ਕਾਫੀ ਸੀਐਮ ਸਾਹਿਬ ਨੂੰ ਸਖਤੀ ਨਾਲ ਐਕਸ਼ਨ ਲੈਣਾ ਪਏਗਾ, ਨਿਊਟਰਲ ਤੌਰ ਤੇ ਲੈਣਾ ਪਏਗਾ, ਤਾਂ ਜਾ ਕੇ ਪੰਜਾਬ GDP ਗਰੋਥ ਰੇਟ ਦੇ ਵਿੱਚ 19ਵੇਂ ਨੰਬਰ ਤੇ ਆ, ਜਿਹੜਾ ਕਿਸੇ ਜ਼ਮਾਨੇ ਪਹਿਲੇ ਨੰਬਰ ਤੇ ਆਂਦਾ ਸੀ। ਹੁਣ ਸ਼ਰਮ ਆਂਦੀ ਆ ਕਹਿਣ ਨੂੰ ਵੀ ਅਸੀਂ ਵੀ ਪੰਜਾਬ ਦੇ ਆ। ਪੰਜਾਬ ਸਪੋਰਟਸ ਵੀ ਡਾਊਨ ਚਲਾ ਗਿਆ, ਸਭ ਪਾਸੇ ਡਾਊਨ ਜਾ ਰਿਹਾ, ਔਰ ਜਾਏਗਾ ਹੋਰ ਵੀ, ਕਿਉਂਕਿ ਉਹਦੇ ਚ ਇੰਪਰੂਵਮੈਂਟ ਕੋਈ ਹੋ ਨਹੀਂ ਰਹੀ ਕਿਸੇ ਪਾਸਿਓਂ। ਜਿੰਨਾ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਇਹ ਸਰਕਾਰ ਦੇ ਹੱਥ ਹੁੰਦੇ ਆ। ਜਿਵੇਂ ਪ੍ਰਤਾਪ ਸਿੰਘ ਕੈਰੋ ਨੇ ਇੱਕ ਵਾਰੀ ਗੱਲ ਕਹਿਦੀ, ਉਹਦੇ ਕੋਲ ਇੰਨੇ ਵਧੀਆ ਹੱਥ ਸੀਗੇ, AL ਫਰੈਚਰ ਸੀ, MS ਰੰਧਾਵਾ ਸੀ, ਗੁਰਦਿਆਲ ਸਿੰਘ IGP ਸੀ, ਜੈਬ ਸਿੰਘ DIG CID ਸੀ, ਹੋਰ ਵੀ ਅਫਸਰ ਸੀ। ਉਹਦੀ ਇੰਪਲੀਮੈਂਟੇਸ਼ਨ ਬਾਅਦ 500%, ਜਿਹੜਾ ਕੰਮ ਕਹਿੰਦਾ ਸੀ ਫੱਟ ਹੁੰਦਾ ਸੀ। ਜਿਵੇਂ 1962 ਚ ਚਾਈਨਾ ਨੇ ਅਟੈਕ ਕੀਤਾ ਇੰਡੀਆ ਤੇ ਆਪਣਾ ਸਪੀਤੀ ਲਾਹੌਰ ਏਰੀਆ ਸਾਡਾ ਬਿਲਕੁਲ ਖਾਲੀ ਪਿਆ ਸੀ। ਜੇ ਆ ਕੇ ਚਾਈਨਾ ਝੰਡੇ ਕੱਢ ਦਿੰਦੇ ਤਾਂ ਉਹਨਾਂ ਦਾ ਹੋ ਜਾਣਾ ਸੀ। ਉਸ ਦਾ ਪ੍ਰਤਾਪ ਸਿੰਘ ਕੈਰੋਂ ਮਾਰਚ ਦੇ ਐਂਡ ਚ ਬੜੀ ਥਰਡ ਰੇਟ ਜੀ ਰੋਡ ਦੇ ਵਿੱਚ ਜੀਪ ਚ ਚੱਕ ਕੇ ਗਿਆ, ਉੱਥੇ ਸਪੀਤੀ ਲਾਹੌਰ ਝੰਡਾ ਕੱਢਿਆ, ਉੱਥੇ DC ਅਪਾਇੰਟ ਕੀਤਾ, SSP ਅਪਾਇੰਟ ਕੀਤਾ, ਤੇ ਉਹ ਇੰਡੀਆ ਦਾ ਪਾਰਟ ਰਹਿ ਗਿਆ। ਤੋ ਇਸ ਕਰਕੇ ਬਿਊਰੋਕ੍ਰੇਸੀ ਦਾ ਬਹੁਤ ਅੱਛਾ ਹੋਣਾ ਜ਼ਰੂਰੀ ਹੈ। ਜਿਵੇਂ ਇੱਕ ਟਰਕਿਸ਼ ਅੰਪਾਇਰ ਹੋਈ ਆ, ਉਹ ਟਰਕੀ ਤੋਂ ਲੱਗ ਕੇ ਈਰਾਨ ਤੱਕ ਉਹਨਾਂ ਦਾ ਰਾਜ ਸੀ। ਸਾਰੇ ਸੈਂਟਰਲ ਏਸ਼ੀਆ, ਸਾਊਦੀ ਅਰੇਬੀਆ, ਜਾਰਡਨ, ਯੂਰੂਸ਼ਲਮ, ਸੀਰੀਆ ਸਭ ਸੀ, ਕਿ ਉਹਨਾਂ ਦੀ ਬਿਊਰੋਕ੍ਰੇਸੀ ਬੜੀ ਤਕੜੀ ਸੀ। ਤੇ ਜਦੋਂ ਬਿਊਰੋਕ੍ਰੇਸੀ 'ਚ ਉਹਨਾਂ ਨੇ ਕਮਜ਼ੋਰੀ ਆਣੀ ਸ਼ੁਰੂ ਹੋ ਗਈ, then same Turkey was known as sick man of Europe. ਸੋ ਸਾਡੀ ਲੋੜ ਹੈ ਸਭ ਤੋਂ ਵੱਧ ਬਿਊਰੋਕ੍ਰੇਸੀ ਨੂੰ ਇੰਪਰੂਵ ਕਰਨਾ, ਇੰਪਲੀਮੈਂਟੇਸ਼ਨ ਇੰਪਰੂਵ ਕਰਨਾ, ਸਕੀਮਾਂ ਵਧੀਆ ਬਣਾਉਣੀਆਂ, ਤਾਂ ਜਾ ਕੇ ਕਰਨਾ। ਹੁਣ CM ਸਾਹਿਬ ਨੂੰ ਕੋਈ ਗਾਈਡ ਕਰਦਾ ਨਹੀਂ, ਜੋ CM ਸਾਹਿਬ ਕਹਿੰਦੇ ਯੈਸ ਸਰ ਕਰੀ ਜਾ ਰਿਹਾ। ਹੁਣ CM ਸਾਹਿਬ ਹਰ 4 ਮਹੀਨੇ ਬਾਅਦ SSP ਬਦਲ ਦਿੰਦੇ, ਉਹ SSP ਜਾ ਕੇ ਅਗਰ ਸਾਰੇ SHO ਬਦਲ ਦਿੰਦਾ। SHO ਥਾਣੇ ਦੀ ਪੁਲਿਸ ਦੀ ਬੇਸਿਕ ਯੂਨਿਟ ਹੈ, SHO ਨੇ ਸਾਰਾ ਕੰਮ ਕਰਨਾ ਹੁੰਦਾ। ਜਿਹਨੂੰ SHO ਦਾ ਇੱਕ ਹੱਥ ਪਗੜੀ ਨੂੰ, ਇੱਕ ਹੱਥ ਕੁਰਸੀ ਨੂੰ, ਹੱਥ ਹੀ ਖਾਲੀ ਕੋਈ ਨਹੀਂ, ਤੇ ਉਹਨੇ ਕੰਮ ਕੀ ਕਰਨਾ। SHO ਗਿਰ ਗਿਆ, ਨਾਲ DSP ਗਿਰ ਗਿਆ, ਨਾਲ SSP, ਸਾਰੇ ਗਿਰੇ ਜਾ ਰਹੇ ਨੇ। ਤੇ ਜਿਹੜੇ CM ਸਾਹਿਬ ਬਦਲਦੇ ਆ 4 ਮਹੀਨੇ ਬਾਅਦ, ਉਹਨੂੰ ਚੀਫ ਸੈਕਟਰੀ DGP ਕਹਿਣ ਕਿ ਜੀ ਜਿਹੜਾ ਅਫਸਰ ਤੁਸੀਂ ਆ, ਇਹਦੇ ਗੁੱਡ ਪੁਆਇੰਟ ਨੇ, ਇਹਦੇ ਵੀਕ ਪੁਆਇੰਟ ਹੈਗੇ, ਤੁਸੀਂ ਐਂ ਲਾ ਲਓ। ਜਿਹੜਾ ਉਹ ਫਾਈਨਲ ਡਿਸੀਜਨ ਕਰ ਲਿਆ, ਉਹਨੂੰ ਕਹਿਣ ਜੀ ਜਨਾਬ ਇਹਨੂੰ 2 ਸਾਲ ਰਹਿਣ ਦਿਓ, ਇਹਨੂੰ ਕੰਮ ਤਾਂ ਕਰਨ ਦਿਓ, ਤਾਂ ਜੋ ਇਹਦੀ ਜ਼ਿੰਮੇਵਾਰੀ ਕਰੀਏ। ਜ਼ਿੰਮੇਵਾਰੀ 4 ਮਹੀਨਿਆਂ ਬਾਅਦ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ ਹੋ ਰਹੀ। ਤਾਂ ਜਿਹੜੇ ਸੀਨੀਅਰ ਅਫਸਰ ਨੇ ਉਹ ਕੋਈ ਸਟੈਂਡ ਹੀ ਨਹੀਂ ਲੈਂਦੇ, ਉਹ ਬਸ ਜੀ ਹਾਂ ਜੀ ਆਪਦੀ ਕੁਰਸੀ ਬਚਾਉਣ ਤੇ ਲੱਗੇ ਹੋਏ ਨੇ, ਕੁਝ ਨਹੀਂ ਹੈਗਾ। ਅੱਛਾ, ਮਾਈਂਡ ਯੂ ਵਨ ਥਿੰਗ ਆਈ ਟੈਲ ਯੂ, ਪੋਲੀਟੀਸ਼ੀਅਨ ਮਾੜੇ ਆ, ਮੈਂ ਇਹ ਨਹੀਂ ਕਹਿੰਦਾ ਨਹੀਂ ਮਾੜੇ। ਮੇਰੇ 36 ਸਾਲ ਦੀ ਨੌਕਰੀ 'ਚ ਕਦੇ ਪੋਲੀਟੀਸ਼ੀਅਨ ਨੇ ਇੰਟਰਫੇਅਰ ਕੀਤਾ, ਕਿਉਂਕਿ ਮੈਂ ਕਦੇ ਕਿਸੇ ਪੋਲੀਟੀਸ਼ੀਅਨ ਨੂੰ ਜਾ ਕੇ ਇਹ ਨਹੀਂ ਕਿਹਾ ਕਿ ਜੀ ਮੈਨੂੰ ਜਿੱਥੇ ਮਰਜ਼ੀ ਲਾ ਦਿਓ ਜੀ। ਨਾ ਚੋਰ ਨਾ ਕਾਮਚੋਰ, ਕੰਮ ਕਰਨਾ, ਤਨਖਾਹ ਲੈਣੀ। ਤੇ ਜੇ ਤੁਸੀਂ ਪੋਲੀਟੀਸ਼ੀਅਨ ਤੋਂ ਜਾ ਕੇ ਮੰਗੋ ਨਾ, ਉਹਨੂੰ ਪਤਾ ਹੈਗਾ ਕਿਹੜਾ ਅਫਸਰ ਕਿੱਥੇ ਹੈਗਾ, ਉਹ ਹਰ 5 ਸਾਲਾਂ ਬਾਅਦ ਟੈਸਟ ਪਾਸ ਕਰਕੇ ਆਂਦਾ। ਸੋ ਪੋਲੀਟੀਸ਼ੀਅਨ ਮਾੜੇ ਆ, ਮੈਂ ਇਹ ਨਹੀਂ ਕਹਿੰਦਾ ਮਾੜੇ ਨਹੀਂ ਹੈਗੇ, ਔਰ ਪੋਲੀਟੀਸ਼ੀਅਨ ਘੱਟ ਮਾੜੇ ਆ, ਸੀਨੀਅਰ ਅਫਸਰ ਜ਼ਿਆਦਾ ਮਾੜੇ ਨੇ। ਜਿਹੜੇ ਤੁਸੀਂ ਮੇਨ ਜੜ ਦੇਖਦੇ ਹੋ ਬੇਚੈਨੀ ਦੀ, ਇਹਨੂੰ ਤੁਸੀਂ ਪੂਅਰ ਐਡਮਿਨਿਸਟ੍ਰੇਸ਼ਨ ਨੂੰ ਦੇਖਦੇ ਹੋ। ਮੈਨੂੰ ਲੱਗਦਾ ਇੱਕ ਪਿੰਡਾਂ ਦਾ ਸਟਰਕਚਰ ਬਹੁਤ ਨੀਵੇਂ ਪੱਧਰ ਤੇ ਚਲਾ ਗਿਆ ਅੰਦਰ, ਜਿਹੜਾ ਸਮੋਲੈਸਟ ਐਂਡ ਬੇਸਿਕ ਯੂਨਿਟ ਆਪਣੀ ਸੋਸਾਇਟੀ ਦਾ ਜਿਹੜਾ ਪਿੰਡ ਆਪਾਂ ਕਹੀਏ, ਤੇ ਨਾਲ ਦੀ ਨਾਲ ਹੀ ਜਿਹੜੀ ਬਿਊਰੋਕ੍ਰੇਸੀ ਹੈ, ਬਿਊਰੋਕ੍ਰੇਸੀ ਦਾ ਲੋਕਾਂ ਦੇ ਨਾਲ ਰਿਸ਼ਤਾ ਨਿੱਘਾ ਨਹੀਂ ਹੈ ਜੀ, ਐਮਿਕੇਬਿਲਿਟੀ, ਕੋਈ ਦੋਸਤੀ ਨਜ਼ਰ ਨਹੀਂ ਆਉਂਦੀ। ਇਸੇ ਤਰ੍ਹਾਂ ਪੁਲਿਸ ਦੇ ਨਾਲ ਹੈ ਜੀ। ਪੰਜਾਬ ਦੀ ਪੁਲਿਸ ਔਰ ਨੌਜਵਾਨੀ ਕਿਤੇ ਇੱਕ ਦੂਸਰੇ ਦੇ ਨਾਲ ਬਿਲਕੁਲ ਵਿਪਰੀਤ ਚੱਲਦੇ ਨੇ। ਇੱਕ ਡਰ, ਖੌਫ, ਭੈ ਪੈਦਾ ਕੀਤਾ ਹੋਇਆ ਜੀ। ਲੋਕਾਂ ਦੇ ਨਾਲ ਮਿਲਾਪ ਨਹੀਂ ਹੈ ਬਿਊਰੋਕ੍ਰੇਸੀ ਦਾ ਐਂਡ ਪੁਲਿਸ ਦਾ। ਇਹ ਕੀ ਚੀਜ਼ ਹੈ ਜੀ, ਇਹਨੂੰ ਕਿਵੇਂ ਐਕਸਪਲੇਨ ਕਰੋਗੇ? ਉਹੀ ਤਾਂ ਮੈਂ ਕਹਿ ਰਹੀ ਕਿ ਲੋਕਾਂ ਦੇ ਵਿੱਚ ਇੱਕ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਲੋਕਾਂ 'ਚ ਮੇਰੇ ग्रैंडफादर कहते होंगे तुम तो क्या अफसर हो, अफसर तो अंग्रेज होते थे। क्यों कि अंग्रेज के जमाने च सुनाई होंदी सी, DCSP के दफ्तर के सामने खड़े हो जाए, उन्हें सुन लिया तो काम होंदा सी। हुण तुहाडे पहली गल तो अफसर बाहर नहीं निकलते, ये कंप्यूटरां ते बैठ के एयर कंडीशन रूम च सोशल कास्ट बेनीफिट एनालिसिस करते रहंदे आ ते बाहर नहीं निकलते, ग्राउंड रियलिटी का पता नहीं हैगा। जिवें एक
ਲਾ ਐਂਡ ਆਰਡਰ ਵਾਸਤੇ ਸਕੀਮ ਹੈਗੀ ਹੈ ਇੰਟਰਨਲ ਸਿਕਿਉਰਿਟੀ ਸਕੀਮ ਕਿ ਵਲਨਰੇਬਲ ਏਰੀਆਜ਼ ਵਲਨਰੇਬਲ ਪੁਆਇੰਟਸ ਕਿਹੜੇ ਹੈਗੇ, ਜੇ ਕਮਿਊਨਲ ਰਾਈਟ ਹੋ ਜਾਏ ਕਿੱਥੇ ਪਬਲਿਕ ਸ਼ਿਫਟ ਕਰਨੀ ਹੈ, ਕਿਹੜੇ ਸਕੂਲ ਚ ਰਿਫਿਊਜੀ ਕੈਂਪ ਕਿੱਥੇ ਕਿੱਥੇ ਕਰਨਾ, ਕਿਹੜਾ ਜੇ ਡਕੈਤੀ ਹੋ ਜਾਏ ਕਿਹੜੇ ਕਿਹੜੇ ਥਾਣੇ ਮਤਲਬ ਕਿਹੜੇ ਕਿਹੜੇ ਚੌਕ ਦੇ ਵਿੱਚ ਪੁਲਿਸ ਨੇ ਜਾਣਾ, ਕਿਹੜੇ ਅਫਸਰ ਨੇ ਜਾਣਾ। ਫਿਰ ਉਹਨਾਂ ਕੋਲ ਫਲੱਡ ਕੰਟਰੋਲ ਸਕੀਮ ਹੁੰਦੀ ਸੀ, ਉਹ ਮਾਰਚ ਦੇ ਮਹੀਨੇ ਡੀਸੀ ਐਸਡੀਐਮ ਜਾ ਕੇ ਸਭ ਜਗ੍ਹਾ ਚੈੱਕ ਕਰਦੇ ਆ ਵੀ ਕਿਤੇ ਬੰਦ ਟੁੱਟਣ ਵਾਲਾ ਤਾਂ ਨਹੀਂ ਟੁੱਟਣ ਵਾਲਾ। ਉਹ ਪੈਸੇ ਖਾ ਜਾਂਦੇ ਆ ਤੇ ਮੌਕੇ ਤੇ ਕੋਈ ਜਾਂਦਾ ਨਹੀਂ, ਉਹ ਫਲੱਡ ਆ ਜਾਂਦਾ, ਫਿਰ ਦੀ ਉਹਦੀ ਰਿਕਵਰੀ ਦੇ ਪੈਸੇ ਲੱਗ ਜਾਂਦੇ ਆ। ਤੋਂ ਬਿਊਰੋਕ੍ਰੇਸੀ ਦਾ ਜਿਹੜਾ ਹੈਗਾ ਲਿੰਕ ਟੁੱਟ ਗਿਆ, ਜਿਹੜੀ ਕਾਮਨ ਆਦਮੀ ਦੇ ਵਿੱਚ ਸੀ ਸੈਂਸ ਆਫ ਜਸਟਿਸ ਐਂਡ ਫੇਅਰ ਪਲੇ ਕਿ ਮੇਰੇ ਨਾਲ ਇਨਸਾਫ ਹੋਏਗਾ, ਉਹ ਮਿਸਿੰਗ ਹੈ। ਜਦੋਂ ਤੱਕ ਉਹ ਤੁਸੀਂ ਕ੍ਰੀਏਟ ਨਹੀਂ ਕਰ ਲੈਂਦੇ ਇਹ ਗੜਬੜ ਵਧੇਗੀ। ਪੁਲਿਸ ਦੇ ਵਿੱਚ ਵੀ ਸਰ ਜਿਹੜੀ ਪੁਲਿਸ ਆ ਉਹ ਇੱਕ ਫਰੈਂਡਲੀ ਪੁਲਿਸਿੰਗ ਤੇ ਆ ਨਹੀਂ ਪਾ ਰਹੀ ਹੈਗੀ। ਪੁਲਿਸ ਦਾ ਆਮ ਲੋਕਾਂ ਦੇ ਨਾਲ ਇੱਕ ਉਹ ਡਰ ਖੌਫ ਵਾਲਾ ਰਿਸ਼ਤਾ ਜੀ, ਉਹਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ? ਇਹਦੇ ਵਿੱਚ ਸਰ ਪਲੀਜ਼ ਤੁਸੀਂ ਇਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖਣਾ ਕਿ ਜਿਹੜੀ ਪੋਲਿਟਿਕਸ ਦੀ ਇੰਟਰਫੇਰੈਂਸ ਆ, ਪੋਲਿਟਿਸਾਈਜੇਸ਼ਨ ਆਫ ਪੁਲਿਸ ਆ, ਪੁਲਿਸ ਦਾ ਰਾਜਨੀਤੀਕਰਨ ਹੋ ਚੁੱਕਾ ਹੈ। ਜਿਵੇਂ ਕਿ ਪੰਜਾਬ ਦੇ ਡੀਜੀਪੀ ਹਰ ਚੀਜ਼ ਦੇ ਵਿੱਚ ਜਦੋਂ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ਾਂ ਤੇ ਇਹ ਕਾਰਵਾਈ ਕੀਤੀ ਹੈ। ਕੀ ਇਹ ਰਾਜਨੀਤੀਕਰਨ ਹੈ ਜਾਂ ਇਹ ਨਾਰਮਲ ਹੈ ਸਾਡੇ ਲਈ ਸਰ? ਇਹ ਜੀ ਸੀਨੀਅਰ ਪੁਲਿਸ ਅਫਸਰ ਦੀ ਕਮਜ਼ੋਰੀ ਹੈਗੀ ਹੈ। ਸਾਰੀਆਂ ਪਾਵਰ ਅੰਡਰ ਦਾ ਲਾ ਐਸਐਚਓ ਦੇ ਕੋਲ ਨੇ, ਸਾਡੇ ਡੀਐਸਪੀ ਐਸਪੀ ਡੀਆਈਜੀ ਆਈਜੀ ਕੋਲ ਪੈਰਲਲ ਪਾਵਰ ਹੈਗੀਆਂ ਨੇ। ਐਸੀ ਪਾਵਰ ਯੂਜ਼ ਨਹੀਂ ਕਰਦੇ ਕਿਉਂਕਿ ਕੱਲ ਯੂਜ਼ ਕਰ ਲਈ ਉਹ ਕਚਹਿਰੀ ਜਾ ਕੇ ਆਪੋਜੀਸ਼ਨ ਦਾ ਵਕੀਲ ਸਾਨੂੰ 100 ਸਵਾਲ ਪੁੱਛੇਗਾ, ਅਸੀਂ ਚੱਕਦੇ ਹਾਂ। ਥਾਣੇਦਾਰ ਨੇ ਯੂਜ਼ ਕਰ ਲੈਣੀ ਆ, ਤੇ ਥਾਣੇਦਾਰ ਨੂੰ ਜਿੰਨਾ ਤੁਸੀਂ ਸਟਰੋਂਗ ਨਹੀਂ ਕਰਦੇ, ਉਹਨੂੰ ਸਿਕਿਉਰਿਟੀ ਨਹੀਂ ਦਿੰਦੇ ਤੇ ਨਾਲੇ ਉਹ ਤੇ ਪੂਰਾ ਕੰਟਰੋਲ ਨਹੀਂ ਕਰਦੇ। ਤੇ ਹੁਣ ਮੇਰਾ ਇਹ ਸੀ ਥਾਣੇਦਾਰ ਨੂੰ ਕਹਿਣਾ ਵੀ ਥਾਣੇਦਾਰ ਸਾਹਿਬ ਕੰਮ ਤੇਰਾ ਹੈਗਾ ਰੱਖਣਾ, ਤੈਨੂੰ ਮੈਨ ਪਾਵਰ ਚਾਹੀਦੀ ਹੈ ਮੈਂ ਦਿੰਦਾ, ਗੱਡੀ ਚਾਹੀਦੀ ਹੈ ਮੈਂ ਦਿੰਦਾ, ਸੀਕ੍ਰੇਟ ਸਰਵਿਸ ਫੰਡ ਹੁੰਦੀ ਹੈ ਮੈਂ ਦਿੰਦਾ, ਬਾਕੀ ਬਾਉਂਡਰੀ ਮੈਨੇਜਮੈਂਟ ਮੇਰੀ। ਜਿਹਦੇ ਤੇ ਕੋਈ ਪ੍ਰੈਸ਼ਰ ਆਣਾ ਕਹਣਾ ਜੀ ਮੇਰਾ ਐਸਪੀ ਸਾਹਿਬ ਥੋੜਾ ਜਿਹਾ ਆਪ ਮੈਡ ਆ, ਉਹਦੇ ਨਾਲ ਗੱਲ ਕਰ ਲਓ ਨਹੀਂ ਮੈਨੂੰ ਸਸਪੈਂਡ ਕਰ ਦੇਗਾ। ਤੇ ਉਹ ਕੰਮ ਕਰਦੇ ਸੀ ਵਧੀਆ। ਹੁਣ ਇਹ ਬਾਈਬਲ ਕਲਾ ਦੇ ਵਿੱਚ ਕੀ ਹੈ, ਇਹ ਥਾਣੇਦਾਰ ਕੰਮ ਸੀ। ਥਾਣੇਦਾਰ ਨੂੰ ਕਹਿੰਦੇ ਵੀ ਤੈਨੂੰ 10 ਬੰਦੇ ਵੀ ਜੀਪਾਂ ਹੋਰ ਦਿੰਦਾ ਉੱਥੇ ਕਰ, ਉੱਥੇ ਜਾ ਕੇ ਡੀਐਸਪੀ ਵੀ ਜਾ ਰਿਹਾ, ਡੀਆਈਜੀ ਵੀ ਜਾ ਰਿਹਾ, ਐਸਐਸਪੀ ਡੀਜੀਪੀ ਵੀ ਜਾ ਰਿਹਾ। ਸੀਐਮ ਨੂੰ ਪੁੱਛਣ ਦੀ ਕਿਹੜੀ ਲੋੜ ਹੈ? ਦੇयर इज नो ਲੋੜ। ਸੀਐਮ ਕੈਨ ਓਨਲੀ ਗਿਵ ਯੂ ਦਾ ਓਵਰਆਲ ਜਨਰਲ ਡਾਇਰੈਕਸ਼ਨ ਬਟ ਹੀ ਕੈਨ ਨਾਟ ਇੰਟਰਫੇਅਰ ਇਨ ਯੂਰ ਇਨਵੈਸਟੀਗੇਸ਼ਨ। ਇਹ ਸੁਪਰੀਮ ਕੋਰਟ ਦੀ ਵੀ ਰੂਲਿੰਗ ਬੜੀ ਕਲੀਅਰ ਹੈ। ਪਹਿਲਾਂ ਉਹ ਤੋਂ ਬਾਅਦ ਅੰਗਰੇਜ਼ ਦੀ ਜਿਹੜੀ ਸੀ ਕਿ ਪ੍ਰੀਵੀ ਕਾਉਂਸਲ ਉਹਦੀ ਵੀ ਰੂਲਿੰਗ ਹੈਗੀ ਆ ਕਿ ਜਦੋਂ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰ ਸਕਦਾ, ਪ੍ਰੋਵਾਈਡਡ ਐਂਡ ਪਬਲਿਕ ਵਿਲ ਰਿਸਪੈਕਟ ਯੂ ਇਫ ਯੂ ਆਰ ਫੇਅਰ ਟੂ them। ਉਹਨਾਂ ਨੂੰ ਪਤਾ ਹੈ ਕਿ ਵੀ ਇਹਨੇ ਠੀਕ ਕੰਮ ਕਰਨਾ, ਉਹ ਤੁਹਾਨੂੰ ਕੁਝ ਨਹੀਂ ਕਹਿੰਦੇ ਹੈਗੇ। ਤੋ ਇਸ ਕਰਕੇ ਸਾਡੀ ਜਿਹੜੀ ਸੀਨੀਅਰ ਅਫਸਰ ਦੀ ਕਮਜ਼ੋਰੀ ਹੈ ਆਪਦੀ ਨੌਕਰੀ ਬਣਾਉਣ ਵਾਸਤੇ ਜਾਂ ਆਪਣੇ ਫਾਇਦੇ ਦੀ ਪੋਸਟਿੰਗ ਲੈਣ ਵਾਸਤੇ ਅੱਗੇ ਪਿੱਛੇ ਦੇ ਬੈਂਡ ਫਾਰਵਰਡ ਐਂਡ ਬੈਕਵਰਡ ਵਿਦ ਇਕੁਅਲ ਕਨਵੀਨੀਅੰਸ। ਜਿਹੜੀ ਆਲ ਇੰਡੀਆ ਸਰਵਿਸਿਜ਼ ਨੇ ਆਈਏਐਸ ਆਈਪੀਐਸ ਸਰਦਾਰ ਪਟੇਲ ਨੇ ਕ੍ਰੀਏਟ ਕੀਤੀਆਂ ਸੀ 5 ਅਕਤੂਬਰ 1946 ਦੇ ਵਿੱਚ। ਤੇ ਇਸ ਆਸਤੇ ਕਿ ਵੀ ਆਈਸੀਐਸ ਆਈਪੀ ਦੀ ਤਰ੍ਹਾਂ ਲੋਕਾਂ ਨੂੰ ਇਹ ਸਟਰੋਂਗ ਐਡਮਿਨਿਸਟ੍ਰੇਸ਼ਨ ਦੇਣਗੇ, ਫੇਅਰ ਦੇਣਗੇ, ਨਿਊਟਰਲ ਦੇਣਗੇ। ਅਨਫੋਰਚੂਨੇਟਲੀ ਇਹਨਾਂ ਨੂੰ ਇੰਨੀ ਪ੍ਰੋਟੈਕਸ਼ਨ ਹੁਣ ਜੇ ਸਾਨੂੰ ਸਟੇਟ ਗਵਰਨਮੈਂਟ ਸਸਪੈਂਡ ਕਰ ਸਕਦੀ ਆ ਕਰਕੇ ਉਹ ਰਿਪੋਰਟ ਭੇਜਣੀ ਪੈਂਦੀ ਹੈ ਸੈਂਟਰਲ ਗਵਰਨਮੈਂਟ ਨੂੰ। ਸੈਂਟਰਲ ਗਵਰਨਮੈਂਟ ਨੇ 14 ਦਿਨ ਦੇ ਅੰਦਰ ਅੰਦਰ ਕਨਫਰਮ ਕਰਨੀ ਹੁੰਦੀ ਆ। ਉਸ ਤੋਂ ਬਾਅਦ ਜੇ ਡਿਪਾਰਟਮੈਂਟ ਇਨਕੁਆਇਰੀ ਕਰਕੇ ਵੀ ਤੇ ਸਾਨੂੰ ਪਨਿਸ਼ਮੈਂਟ ਦੇਣੀ ਹੈ, ਹੋਮ ਮਿਨਿਸਟਰ ਨੂੰ ਭੇਜਣਗੇ। ਹੋਮ ਮਿਨਿਸਟਰੀ ਅੱਗੇ ਯੂਪੀਐਸਸੀ ਨੂੰ ਭੇਜਦੀ ਹੈ। ਯੂਪੀਐਸਸੀ ਦਾ 16 ਮੈਂਬਰਾਂ ਦਾ ਬੋਰਡ ਬਹਿੰਦਾ, ਜਿਹੜੀ ਉਹ ਹੋਮ ਮਿਨਿਸਟਰੀ ਰਿਕਮੈਂਡ ਕਰਦੀ ਆ ਉਸ ਨੂੰ ਉਹ ਘਟਾ ਵੀ ਦਿੰਦੇ ਆ, ਜ਼ੀਰੋ ਵੀ ਕਰ ਦਿੰਦੇ ਆ ਜਾਂ ਵਧਾ ਵੀ ਦਿੰਦੇ ਆ। ਇਹ ਤੋਂ 20 ਸਾਲ ਬਾਅਦ ਅਸੀਂ ਆਈਜੀ ਬਣ ਜਾਣਾ, 27 ਸਾਲਾਂ ਬਾਅਦ ਡੀਜੀਪੀ ਜਾਂ ਐਡੀਸ਼ਨਲ ਡੀਜੀਪੀ। ਸਾਨੂੰ ਇੰਨੀ ਪ੍ਰੋਟੈਕਸ਼ਨ ਹੋਣ ਦੇ ਬਾਵਜੂਦ ਵੀ ਜਿਹੜੇ ਆਲ ਇੰਡੀਆ ਸਰਵਿਸ ਦੇ ਮੈਂਬਰ ਨੇ ਇਹਨਾਂ ਨੇ ਸਤਿਆਨਾਸ਼ ਕਰ ਰੱਖਿਆ। ਤੇ 1965 ਤੱਕ ਤੁਸੀਂ ਹੈਰਾਨ ਹੋਵੋਗੇ ਕਿ ਸਟੇਟ ਦੇ ਵਿੱਚ 5 ਅਫਸਰ ਹੁੰਦੇ ਸੀ ਇੱਕੇ ਰੈਂਕ ਦੇ, ਚੀਫ ਸੈਕਟਰੀ, ਡੀਜੀਪੀ, ਡਾਇਰੈਕਟਰ ਹੈਲਥ, ਡਾਇਰੈਕਟਰ ਐਜੂਕੇਸ਼ਨ ਐਂਡ ਚੀਫ ਇੰਜੀਨੀਅਰ। All these secretaries were junior, they were senior scale IAS officer. No secretary could reject the proposal of the head of the department without bringing in the notice of the minister. ਹੁਣ ਉਹ ਸੈਕਟਰੀ ਰਿਜੈਕਟ ਕਰੀ, ਡਿਪਟੀ ਸੈਕਟਰੀ ਰਿਜੈਕਟ ਕਰੀ ਜਾਂਦੇ। तो head of the departments ਦੀ ਐਕਸੀਕਿਊਸ਼ਨ ਹੈ ਜਿਵੇਂ ਫੁੱਟਬਾਲ ਇਨ ਏ ਫੀਲਡ ਵਿਦਆਊਟ ਗੋਲ ਪਾਸ, ਜਿਹਨੂੰ ਖੁਦ ਹੀ ਪਤਾ ਨਹੀਂ ਕਿੱਧਰ ਜਾਣਾ ਤੇ ਦੂਸਰੇ ਨੂੰ ਕੀ ਡਾਇਰੈਕਸ਼ਨ ਦੇਗਾ। there is a need to strengthen these field agencies। ਜਿਹੜੇ ਹੈਡ ਆਫ ਡਿਪਾਰਟਮੈਂਟ ਇਹਦੀ ਪੋਜੀਸ਼ਨ ਸਟਰੋਂਗ ਕਰੋ, ਜੇ 1965 ਤੱਕ ਹੁੰਦੀ ਸੀ। they will provide guidance। ਫਿਰ ਇਹਨਾਂ ਤੇ ਡੰਡਾ ਲਾਓ। ਫਿਰ ਜਿਹੜਾ ਇੰਡੀਅਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ 1808 ਚ ਇੱਕ ਨੋਟੀਫਿਕੇਸ਼ਨ ਇਸ਼ੂ ਕੀਤਾ ਸੀ ਕਾਲਡ ਬੰਗਾਲ ਰੈਗੂਲੇਸ਼ਨ। ਉਹਦੇ ਅੰਡਰ ਪਹਿਲਾਂ ਹੁੰਦਾ ਸੀ ਮੁਸਲਿਮ ਲਾ, ਹਿੰਦੂ ਲਾ ਐਂਡ ਆਲ ਦੈਟ। ਉਹਦੇ ਅੰਡਰ ਦੇ ਮੇਡ ਦਾ ਨਿਊਟਰਲ ਲਾ ਦੈਟ ਦਾ
ਪ੍ਰੈਡੀਸੈਸਰ ਆਫ ਦਾ ਕ੍ਰਿਮੀਨਲ ਪ੍ਰੋਸੀਜਰ ਕੋਡ ਇੰਡੀਅਨ ਪੈਨਲ ਕੋਡ ਬਣਾਇਆ ਸੀ ਤੇ ਨਿਊਟਰਲ ਲਾ ਬਣਾਇਆ ਸੀ। ਉਹਦੇ 'ਚ ਇੱਕ ਸੁਪਰਡੈਂਟ ਜਨਰਲ ਪੋਸਟ ਕੀਤਾ ਸੀ ਮਿਸਟਰ T.S. ਸ਼ੇਕਸਪੀਅਰ। ਤੋਂ ਬੰਗਾਲ ਪ੍ਰੈਜ਼ੀਡੈਂਸੀ ਉਹਨਾਂ ਦਿਨਾਂ 'ਚ ਅਰਾਕਾਨ ਬਾਰਡਰ ਤੋਂ ਲਾ ਕੇ ਸਤਲੁਜ ਰਿਵਰ ਦੇ ਕਿਨਾਰੇ ਤੱਕ ਆਉਂਦੀ ਸੀ, 2200 ਕਿਲੋਮੀਟਰ। ਉਹ ਮਹੀਨਾ 20 ਦਿਨ ਟੂਰ ਤੇ ਹੀ ਰਹਿੰਦਾ ਸੀ। ਉਹਨਾਂ ਦਿਨਾਂ 'ਚ ਆਪਣੇ ਟੂਰ ਨੇ ਢੋਈਦੇ ਸੀ ਬਾਈ ਹੈਂਡ, ਕੋਈ ਘੋੜੇ ਤੇ, ਕੋਈ ਕੈਮਲ ਤੇ, ਕੋਈ ਬੋਟ 'ਚ। ਤੇ ਜਦੋਂ ਵਾਪਸ ਆਉਂਦਾ ਸੀ ਆ ਕੇ ਉਹ ਗਵਰਨਰ ਸਾਹਿਬ ਨੂੰ ਪੁੱਛਦਾ ਸੀ ਜੀ ਮੇਰੀ ਟੂਰ ਉਹ ਵੀ ਤਾਂ ਹੀ ਵਾਜ਼ ਕ੍ਰਿਪਿੰਗ ਇਟ to process his tour rates to put up before the governor. A post of secretary was created as a processor, proposal processor, not his boss. तो उदू हुण अज नैट रिजल्ट ये है कि सैकटरी बॉस बन गया, हैड ऑफ द डिपार्टमेंट सबॉर्डिनेट बन गया। तो ਉਹਦੀ पोजीशन ही कोई नहीं हैगी, खुद ही पता नहीं हैगा। ਤੇ ਦੇ ਆਰ ਫਿਰ 1921 ਚ 8 ਆਲ ਇੰਡੀਆ ਸਰਵਿਸਿਜ਼ ਹੁੰਦੀਆਂ ਸੀ, ਇੰਡੀਅਨ ICS, IP, ਇੰਡੀਅਨ ਮੈਡੀਕਲ ਸਰਵਿਸ, ਇੰਡੀਅਨ ਹੈਲਥ ਸਰਵਿਸ, ਇੰਡੀਅਨ service of engineers and all that. They were all very senior. They were abolished in 1924 ਜਦੋਂ ਇਹ ਡਾਇਆਰਕੀ ਇੰਟਰੋਡਿਊਸ ਹੋਈ ਨਾ 1921 ਚ। ਟਰਾਂਸਪੋਰਟ ਸਬਜੈਕਟ ਸੀ ਇੰਡੀਅਨ ਮਿਨਿਸਟਰ ਤੇ ਰਿਜ਼ਰਵ ਸਬਜੈਕਟ ਸੀ ਦੇ ਬ੍ਰਿਟਿਸ਼ ਅਫਸਰ ਦੇ। ਉਸ ਵੇਲੇ ਜਿਹੜੇ ਇਹ ਹੈਡ ਆਫ ਦਾ ਡਿਪਾਰਟਮੈਂਟ ਦੀ ਇੰਡੀਅਨ ਮਿਨਿਸਟਰ ਰੌਲਾ ਪਾਉਂਦੇ ਕਿ ਜੀ ਨਾ ਸਾਡਾ ਹੈਡ ਆਫ ਦਾ ਡਿਪਾਰਟਮੈਂਟ, ਸਾਡੇ ਨੀਚੇ ਨਾ ਸੈਕਟਰੀ ਸਾਡੇ ਨਾਲ ਕੋਆਪਰੇਟ ਨਹੀਂ ਕਰਦੇ। 1924 ਦੇ ਵਿੱਚ ਇੱਕ ਲਾਰਡ ਲੀ ਕਮਿਸ਼ਨ ਬੈਠਿਆ ਸਿਵਲ ਸਰਵਿਸ ਤੇ, ਉਹਨੇ ਰਿਕਮੈਂਡ ਕੀਤਾ ਟੂ ਗਿਵ ਏ ਸੈਂਸ ਆਫ participation to the Indian minister. These 6 services should be transferred from the central cadre to the state cadre. Only ਦੋ ਰੱਖ ਲਈਆਂ ਸੀ, IC and IP। ਤੇ ਉਹਨਾਂ ਦਾ aim was not to damage their position. PN ਕਰਪਾਲ ਇੰਡੀਅਨ ਐਜੂਕੇਸ਼ਨ ਸਰਵਿਸ ਦਾ 1972 ਚ ਸੈਕਟਰੀ ਗਵਰਨਮੈਂਟ ਆਫ ਇੰਡੀਆ ਸੀ। ਤੇ ਗਵਰਨਮੈਂਟ ਆਫ ਇੰਡੀਆ ਹੈਲਥ ਸੈਕਟਰੀ ਯੂਜ਼ ਟੂ ਬੀ ਇੰਡੀਅਨ ਮੈਡੀਕਲ ਸਰਵਿਸ। ਉਹ ਹੁਣ ਸਾਰਿਆਂ ਦੇ ਵਿਚਾਰਿਆਂ ਦੀ ਕੋਈ ਪੋਜੀਸ਼ਨ ਨਹੀਂ ਹੈਗੀ, ਇਹਨਾਂ ਦੀਆਂ ਪ੍ਰਪੋਜ਼ਲਾਂ ਦਾ ਕੋਈ ਐਕਸ਼ਨ ਹੀ ਨਹੀਂ ਹੁੰਦਾ। ਜਿਹੜੇ ਸਪੈਸ਼ਲਿਸਟ ਹੈਗੇ ਸੈਕਟਰੀ ਡਿਪਾਰਟਮੈਂਟ ਨੂੰ, ਜਿਵੇਂ ਐਟੋਮਿਕ ਐਨਰਜੀ ਕਮਿਸ਼ਨ ਹੈ, ISRO ਹੈ, ਤੇ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਹੈਗੀ, ਤੇ DRDO ਹੈਗੀ, ਜਿਹੜਾ ਸੈਕਟਰੀ ਆ ਡਾਇਰੈਕਟਰ ਇੱਕ ਹੈਗੇ, ਉਹੀ ਪ੍ਰਪੋਜ਼ਲ ਪਾਉਂਦੇ ISRO ਲੈ ਕੇ। ਸੋ ਦੇयर इज अ डायरेक्ट कनेक्शन बिटवीन the head of the department and the decision maker. Unless you make the head of the department ex officio secretaries like ISRO, Atomic Energy Commission, तो ये देश ਦਾ ਸੱਤਿਆਨਾਸ਼ ਇਸ ਤੇ ਜਾਈਏ। ਸਬਸੇ ਵਾਸਤੇ 1955 ਚ ਇੱਕ ਕਮਿਸ਼ਨ ਬੈਠਿਆ ਸੀ, ਉਹਦਾ ਨਾਮ ਮੈਂ ਭੁੱਲ ਰਿਹਾ। ਉਹਨੇ ਰਿਕਮੈਂਡ ਕੀਤਾ ਕਿ IAS should specialize in one of the 8 fields of administration during the first 6 years of service. So that they become specialists, come generalists, and remain in that for all time to come. फिर वो फर्स्ट एडमिनिस्ट्रेटिव रिफॉर्म्स कमीशन बैठा, उन्हें भी रिकमेंड किया। सैकंड एडमिनिस्ट्रेटिव रिफॉर्म्स कमीशन बैठा, उन्हें भी रिकमेंड किया, पर इंप्लीमेंट नहीं हो रही। दस IAS 3 साल तुसी ਹੈਲਥ ਦੇ ਵਿੱਚ ਹੈਲਥ ਐਕਸਪਰਟ, 3 ਸਾਲ ਐਜੂਕੇਸ਼ਨ, ਜਿੰਨੀਆਂ ਵਰਲਡ ਦੀਆਂ ਪੋਸਟਿੰਗ ਨੇ, WHO, ਵਰਲਡ ਹੈਲਥ ਆਰਗੇਨਾਈਜੇਸ਼ਨ, ਫੂਡ ਆਰਗੇਨਾਈਜੇਸ਼ਨ, ਵਰਲਡ ਬੈਂਕ, ਐਂਡ ਸਾਰੀਆਂ IAS ਅਫਸਰਾਂ ਵਾਕਿਆ ਮਿਲਦਾ ਕੱਖ ਨਹੀਂ ਹੈਗਾ। ਸੋ ਦੇ ਆਰ ਜਰਨਲਿਸਟ। ਅਨਲੈਸ ਯੂ ਮੇਕ them specialist come journalist, ਇਸ ਦੇਸ਼ ਦਾ ਡਿਵੈਲਪਮੈਂਟ ਵਿਲ ਕੰਟੀਨਿਊ ਟੂ ਬੀ ਸਲੋ। ਰਾਈਟ ਸਰ, ਤੁਸੀਂ ਇੱਕ ਤਾਂ ਗੱਲ ਕਹੀ ਬਹੁਤ ਜ਼ਰੂਰੀ ਕਿ ਜਿਹੜੀ ਬਿਊਰੋਕ੍ਰੇਸੀ ਆ ਉਹਦੇ ਵਿੱਚ ਵੀ ਸਪੈਸ਼ਲਾਈਜੇਸ਼ਨ ਜਿਹੜੀ ਆ ਉਹਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਹਰ ਇੱਕ ਬਿਊਰੋਕਰੇਟ ਜਿਹੜਾ ਹਰ ਇੱਕ ਡਿਪਾਰਟਮੈਂਟ ਦਾ ਐਕਸਪਰਟ ਨਹੀਂ ਹੋ ਸਕਦਾ, ਉਹ ਮਾਸਟਰ ਆਫ ਨਨ ਰਹਿ ਜਾਏਗਾ। ਨਾਲ ਹੀ ਤੁਸੀਂ ਬਹੁਤ ਅਹਿਮ ਗੱਲ ਕੀਤੀ ਕਿ ਟਰਾਂਸਫਰਸ ਦੀ, ਜਿਹੜੀ ਪੰਜਾਬ ਦੇ ਵਿੱਚ ਵੀ ਆਪਾਂ ਦੇਖਦੇ ਹਾਂ 4 ਮਹੀਨਿਆਂ ਬਾਅਦ ਹੀ ਪੁਲਿਸ ਆਫੀਸਰਸ ਦੀਆਂ ਟਰਾਂਸਫਰ ਹੋ ਜਾਂਦੀਆਂ। ਜਦੋਂ SSP ਬਦਲਿਆ ਜਾਂਦਾ ਉਹ ਆ ਕੇ ਥੱਲੇ ਥਾਣੇ ਤੱਕ ਹਰ ਇੱਕ ਨੂੰ ਆਲਮੋਸਟ ਆਪਣੇ ਹਿਸਾਬ ਦੇ ਨਾਲ ਟਰਾਂਸਫਰਸ ਕਰਦੇ ਨੇ। ਸਰ, ਮੈਂ ਇੱਕ ਹੋਰ ਸਵਾਲ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਕਰਪਸ਼ਨ, ਆਮ ਲੋਕ ਭ੍ਰਿਸ਼ਟਾਚਾਰ ਤੋਂ ਬਹੁਤ ਜ਼ਿਆਦਾ ਤੰਗ ਨੇ। ਉਹ ਕਿਤੇ ਵੀ ਈਵਨ ਪੁਲਿਸ ਸਟੇਸ਼ਨ ਤੱਕ ਆਪਣਾ ਕੰਮ ਕਰਾਉਣ ਨੂੰ ਨਹੀਂ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜਾਂ ਤਾਂ ਸਿਫਾਰਿਸ਼ ਚਾਹੀਦੀ ਹੋਏਗੀ ਜਾਂ ਮੋਟਾ ਪੈਸਾ ਚਾਹੀਦਾ ਹੋਏਗਾ। ਕਰਪਸ਼ਨ ਦਾ ਐਡੇ ਵੱਡੇ ਲੈਵਲ ਤੇ ਆਉਣਾ ਕਿ ਹੁਣ ਨਾਰਮਲਾਈਜ਼ ਲੱਗਣ ਲੱਗ ਗਈ ਹੈ ਸੋਸਾਇਟੀ ਦੇ ਵਿੱਚ। ਇਹ ਕਰਪਸ਼ਨ ਦਾ ਇਤਿਹਾਸ ਵੀ ਥੋੜਾ ਜਿਹਾ ਸਾਨੂੰ ਜਾਣੂ ਕਰਾਓ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਤੋਂ ਹੀ ਬਿਊਰੋਕ੍ਰੇਸੀ ਦੇ ਵਿੱਚ, ਪੁਲਿਸ ਦੇ ਵਿੱਚ, ਸਰਕਾਰੀ ਅਦਾਰਿਆਂ ਦੇ ਵਿੱਚ ਐਵੇਂ ਹੀ ਕਰਪਸ਼ਨ ਚੱਲਦੀ ਸੀ। ਇਹਦੇ ਪਿੱਛੇ ਕੁਝ ਸਰਟਨ ਕਾਰਨ ਨੇ? ਪਹਿਲਾਂ ਘੱਟ ਹੁੰਦੀ ਸੀ ਜੀ, ਪ੍ਰੈਜ਼ੀਡੈਂਟ ਰੂਲ ਦੇ ਹੋਣ ਦੇ ਬਾਵਜੂਦ ਜਦੋਂ ਪੂਰੀ ਦੀ ਪੂਰੀ ਪਾਵਰ ਬਿਊਰੋਕਰੇਟਾਂ ਕੋਲ ਹੋ ਗਈ, ਪੋਲੀਟੀਸ਼ੀਅਨ ਕੋਲ ਨਹੀਂ ਹੋਈ, ਤੇ ਉਦੋਂ ਇਹ ਬਹੁਤ ਵੱਧ ਗਿਆ। ਹੁਣ ਉਹਨਾਂ ਦੇ ਆਊਟ ਆਫ ਕੰਟਰੋਲ ਹੋਏ ਹੋਏ ਨੇ ਸਾਰਿਆਂ ਦੇ, ਬਹੁਤ ਥੋੜੇ ਜਿਹਾ ਨੂੰ ਛੱਡ ਕੇ ਸਾਰਾ ਬੀਨਾਸ ਨਹੀਂ ਹੋਇਆ। ਕੁਝ ਅੱਛੇ ਵੀ ਹੈਗੇ, ਅਜੇ ਵੀ ਥੋੜੇ ਜਿਹੇ ਹੈਗੇ, ਪਰ ਉਹ ਬੜੇ 5 ਤੋਂ 10% ਹੈਗੇ, ਤੇ ਉਹ ਨਹੀਂ, ਉਹ ਨਾ ਉਸ ਵੇਲੇ ਤੋਂ ਵੱਧ ਗਈ ਹੋਈ ਹੈ। ਹੁਣ ਕਰਪਸ਼ਨ ਦੇ ਤਰੀਕੇ ਹੈਗੇ, ਜਿਵੇਂ ਥਾਣੇ ਦੇ ਵਿੱਚ ਇੱਕ ਰਜਿਸਟਰ ਹੁੰਦਾ, ਕ੍ਰਾਈਮ ਰਜਿਸਟਰ, ਇਹ ਪ੍ਰੋਵਾਈਡਡ ਆ। ਅੱਗੇ ਸਾਡੇ ਵੇਲੇ ਥਾਣੇਦਾਰ ਉਹ ਰੋਜ਼ ਦਾ ਰੋਜ਼ ਕੇਸ ਜਾਣਿਆ ਰਹਿੰਦਾ, ਕੀ ਹੋਇਆ, ਕਿੱਥੇ ਹੋਇਆ, ਕਿਹੜਾ
ਵਿਟਨੈਸ ਨਹੀਂ ਆਇਆ ਉਦੋਂ ਹੋਇਆ, ਜਦੋਂ ਥਾਣੇ ਚੋਂ ਚਾਰ ਸ਼ੀਟ ਬਣ ਕੇ ਜਾਂਦੀ ਸੀ, ਉਹਦੇ ਨਾਲ ਇੱਕ ਰਜਿਸਟਰ ਹੈਗਾ ਰੋਡ ਸਰਟੀਫਿਕੇਟ, ਉਹਦੀਆਂ 3 ਕਾਪੀਆਂ ਬਣਦੀਆਂ ਨੇ, ਇੱਕ ਕਾਪੀ ਥਾਣੇ 'ਚ ਰਹਿ ਜਾਂਦੀ ਆ, 2 ਚਾਰ ਸ਼ੀਟ ਦੇ ਨਾਲ ਚਲੇ ਜਾਂਦੀਆਂ ਨੇ। ਚਾਰ ਸ਼ੀਟ ਜਦੋਂ ਮੈਜਿਸਟ੍ਰੇਟ ਦੇ ਕੋਲ ਜਾਂਦੀ ਹੈ ਤਾਂ ਉਹ ਚੈੱਕ ਕਰਦਾ, ਸਾਰੇ ਚੈੱਕ ਕਰਕੇ ਇੱਕ ਕਾਪੀ ਆਪ ਰੱਖ ਲੈਂਦਾ, ਇੱਕ ਤੇ ਦਸਤਖਤ ਕਰਕੇ ਵਾਪਸ ਆਉਂਦੀ ਆ। ਉਹ ਜਿਹੜੀ ਰੋਡ ਸਰਟੀਫਿਕੇਟ ਦੀ ਕਾਪੀ ਜਦੋਂ ਕੋਰਟ ਤੋਂ ਵਾਪਸ ਆ ਜਾਏ, ਉਹ ਪਿਛਲੀ ਕਾਪੀ ਦੇ ਉੱਤੇ ਲੱਗ ਜਾਂਦੀ ਆ। ਜਦੋਂ ਹੁਣ ਇੰਸਪੈਕਸ਼ਨਾਂ ਨਹੀਂ ਹੁੰਦੀਆਂ, ਉਹਦੇ ਇੰਸਪੈਕਸ਼ਨ ਕਰਦੇ ਸੀ, ਉਹ ਰੋਡ ਸਰਟੀਫਿਕੇਟ ਚੈੱਕ ਕਰਨਾ ਵੀ ਉਹ ਆਈ ਨਹੀਂ ਆਈ, ਤੇ ਉਹਨੂੰ ਪੁੱਛਣ ਵੀ ਕਿੱਥੇ ਆ ਇਹ ਇਨਵੈਸਟੀਗੇਟਿੰਗ ਅਫਸਰ ਕੋਲ ਹੈਗੀ ਜਾਂ ਪ੍ਰੋਸੀਕਿਊਟਰ ਕੋਲ ਹੈਗੀ ਹੈ, ਕਿੱਥੇ ਪਈ ਹੈ, ਉਹ ਸਾਰੀਆਂ ਟ੍ਰੇਸ ਹੋ ਜਾਂਦੀਆਂ ਸੀ। ਤੇ ਹੁਣ ਉਹ ਕੋਈ ਚੈੱਕ ਹੀ ਨਹੀਂ ਕਰਦਾ ਹੈਗਾ, ਕੋਈ ਉਹ ਥਾਣੇਦਾਰ ਆਪਣੀ ਨਹੀਂ ਲਿਖਦਾ। ਫਿਰ ਐਜ਼ ਏ ਐਸਪੀ ਇਜ਼ ਸਪੋਜ਼ ਟੂ ਰਾਈਟ ਦਾ ਕੇਸ ਡਾਇਰੀ ਆਪਦੇ ਹੱਥ ਨਾਲ ਉਹ ਰਜਿਸਟਰ ਐਂਟਰ ਕਰਨੀ ਪੈਂਦੀ ਹੈ। ਅੱਜ ਕੱਲ੍ਹ ਤੁਹਾਡੇ ਕੋਲ ਐਸਐਸਪੀ ਦੇ ਇਲਾਵਾ ਐਸਐਸਪੀ ਡਿਟੈਕਟ ਡੀ ਹੈਗਾ, ਉਹ ਹੈਗਾ, ਐਸਪੀ ਡੀ ਵੀ ਨਹੀਂ ਲਿਖਦਾ, ਉਹਦਾ ਐਡੀਟਰ ਲਿਖਦਾ, ਉੱਤੇ ਗੁੱਗੀ ਮਾਰੀ ਜਾਂਦੇ, ਉਹਨੂੰ ਪਤਾ ਹੀ ਕੁਝ ਨਹੀਂ ਹੈਗਾ ਕਿੱਥੇ ਤਫਤੀਸ਼ ਜਾ ਰਹੀ ਹੈ, ਕਿੱਥੇ ਜਾ ਰਹੀ ਹੈ, ਕਿੱਧਰ ਜਾ ਰਹੀ ਹੈ। ਪੁਰਾਣੇ ਜ਼ਮਾਨੇ 'ਚ ਹਰ 6 ਮਹੀਨੇ ਬਾਅਦ ਇੱਕ ਮੀਟਿੰਗ ਹੁੰਦੀ ਸੀ, ਸੈਸ਼ਨ ਜੱਜ ਦੀ, ਐਸਐਸਪੀ ਦੀ, ਸਾਰੇ ਜੱਜਾਂ ਦੀ, ਸਾਰੇ ਪ੍ਰੋਸੀਕਿਊਟਰ ਦੀ, ਸਾਰੇ ਇਨਵੈਸਟੀਗੇਟਿੰਗ ਅਫਸਰ ਦੀ। ਉਹਦੇ ਸਾਰੇ ਕੇਸਾਂ ਦਾ ਰਿਕਾਰਡ ਉਹਦੇ ਜੀ ਆਏ ਹੈਗੇ। ਉਹ ਜਦੋਂ ਪੁਲਿਸ ਵਾਲਿਆਂ ਨੇ ਕਹਿਣਾ ਵੀ ਸਾਡਾ ਚਲਾ ਗਿਆ, ਮੈਜਿਸਟ੍ਰੇਟ ਕਹਿੰਦਾ ਸਾਡੇ ਕੋਲ, ਪ੍ਰੋਸੀਕਿਊਟਰ ਨੂੰ ਪੁੱਛੋ, ਉਹ ਤੋਂ ਕੇਸ ਟ੍ਰੇਸ ਹੋ ਜਾਂਦਾ ਸੀ। ਸਾਰੇ ਕੇਸਿਸ ਦਾ ਪਤਾ ਲੱਗਦਾ ਸੀ ਕਿੱਥੇ ਜਾਂਦੇ ਹੈਗੇ ਆ। ਤੇ ਜਦੋਂ ਉਹ ਥਾਣੇ ਜੱਜ ਦੇ ਜਾਂਦਾ ਸੀ, ਉਹ ਪ੍ਰੋਸੀਕਿਊਟਰ ਰਿਪੋਰਟ ਪਾ ਕੇ ਭੇਜਦਾ ਸੀ ਐਸਐਸਪੀ ਨੂੰ, ਐਸਐਸਪੀ ਆਪਣੇ ਕ੍ਰਾਈਮ ਰਜਿਸਟਰ ਲਿਖਦਾ ਸੀ ਵੀ ਅੱਜ ਇਹਦੇ ਕੀ ਹੋਇਆ ਕੀ ਨਹੀਂ ਹੋਇਆ, ਪੂਰਾ ਉਹਨਾਂ ਨੂੰ ਤਫਤੀਸ਼ ਤਾਂ ਹੁੰਦੀ ਕੁਝ ਨਹੀਂ, ਪੈਸਿਆਂ ਦੀ ਤਫਤੀਸ਼ ਆ, ਫੜ ਲਓ ਅੰਦਰ ਬੰਦ ਕਰ ਦਿਓ, ਨਾ ਦਿਓ ਨਾ ਕਰ ਦਿਓ। ਤੇ ਜਿੰਨਾ ਫਿਰ ਅੱਗੇ ਦਫ਼ਤਰਾਂ ਦੀ ਹਰ ਸਾਲ ਇੰਸਪੈਕਸ਼ਨ ਹੁੰਦੀ ਸੀ, ਹੁਣ ਪਿਛਲੇ 10-10 ਸਾਲ ਤੋਂ ਇੰਸਪੈਕਸ਼ਨ ਨਹੀਂ ਹੋਈ ਸਿਵਲ ਦੇ ਦਫ਼ਤਰਾਂ, ਥਾਣਿਆਂ 'ਚ ਤਾਂ ਫਿਰ ਮਾੜੀ ਮੋਟੀ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਹੈ ਕਿ ਸੀਨੀਅਰ ਅਫਸਰਸ ਡੂ ਨਾਟ ਪੇ ਅਟੈਂਸ਼ਨ ਟੂ ਦੇਅਰ ਪ੍ਰੋਫੈਸ਼ਨਲ ਵਰਕ। ਇੱਕ ਤਾਂ ਉਹਨਾਂ ਨੂੰ ਆਦਤ ਪੈ ਗਈ ਆਰਾਮ ਕਰਨ ਦੀ, ਤੇ ਦੂਜਾ ਉਹਨਾਂ ਨੂੰ ਚੈੱਕ ਕੋਈ ਨਹੀਂ ਹੈਗਾ ਉੱਤੇ। ਜੇ ਚੈੱਕ ਹੋਵੇ ਇੰਸਪੈਕਸ਼ਨ ਅਗਲੇ ਪਿਛਲੇ ਸਾਲ ਸੀਨੀਅਰ ਅਫਸਰ ਚੈੱਕ ਕਰਨ, ਅੱਗੇ ਪੁਰਾਣੇ ਜ਼ਮਾਨੇ ਸੀਗਾ ਹਰੇਕ ਸੀਨੀਅਰ ਅਫਸਰ ਐਸਡੀਐਮ, ਡੀਐਸਪੀ, ਐਸਪੀਡੀਸੀ 3 ਮਹੀਨੇ ਬਿੱਲ ਜ਼ਰੂਰੀ ਕਰੇ, 3 ਮਹੀਨੇ ਜਾ ਕੇ ਪਿੰਡਾਂ 'ਚ ਰਹਿੰਦੇ ਸੀ। ਸ਼ਾਮ ਨੂੰ ਉਹ ਸਾਰੇ ਪੰਚਾਇਤਾਂ ਨੂੰ ਬੁਲਾ ਕੇ ਪੁੱਛਦੇ ਸੀ ਕੀ ਹੈ। ਇੱਕ ਰਾਸ਼ਨ ਦਾ ਬਕਸਾ ਹੁੰਦਾ ਜਿਹਦੇ 'ਚ ਕਿਲੋ ਆਟਾ, ਥੋੜਾ ਜਿਹਾ ਨੂਣ, ਦਾਲ, ਸਬਜ਼ੀ ਹੁੰਦੀ, ਉੱਥੇ ਜਾ ਕੇ ਰੈਸਟੋਰੈਂਟ ਵਿੱਚ ਜਾਣਾ, ਉਹਨੂੰ 2 ਰੁਪਏ ਦੇਣੇ ਵੀ ਸਬਜ਼ੀ ਲਿਆ, ਖਾਣਾ ਇਹਦੀ ਵੀ ਲੰਬੜਦਾਰ ਆ ਜੈਲਦਾਰ ਦੀ। ਹੁਣ ਅਸੀਂ ਬਿਜ਼ਨਸਮੈਨਾਂ ਦਾ ਖਾਣਾ ਖਾਈ ਜਾਂਦੇ ਹਾਂ ਮੁਫਤ, ਰਾਤ ਨੂੰ ਜ਼ਿਆਦਾ ਖਾ ਜਾਂਦੇ ਹਾਂ, ਸਵੇਰ ਨੂੰ ਸਾਡਾ ਪੇਟ ਖਰਾਬ, 11 ਵਜੇ ਤੱਕ ਅਸੀਂ ਉੱਠਦੇ ਨਹੀਂ ਹੈਗੇ। ਤੋ ਇਹ ਹੋਰ ਸਿਸਟਮ ਹੈਜ਼ ਬੀਨ ਡਿਸਟਰੋਇਡ। ਸਰ ਇੱਕ ਜਿਹੜਾ ਬਿਊਰੋਕ੍ਰੇਸੀ ਆ, ਇਹ ਬਹੁਤ ਪਾਵਰਫੁਲ ਲੱਗਦੀ ਹੈ ਜੀ। ਬਿਊਰੋਕ੍ਰੇਸੀ ਕੋ ਇੰਨੀਆਂ ਤਾਕਤਾਂ ਨੇ, ਐਡੀ ਤਾਕਤਵਰ ਇੱਕ ਸੰਸਥਾ ਬਣ ਚੁੱਕੀ ਆਪਣੇ ਆਪ ਦੇ ਵਿੱਚ। ਔਰ ਨਾਲ ਜਿਹੜੀ ਇੱਕ ਚੀਜ਼ ਅੱਜ ਕੱਲ੍ਹ ਆਉਂਦੀ ਹੈ ਕਿ ਬਿਊਰੋਕ੍ਰੇਟਿਕ ਐਂਡ ਪੋਲੀਟੀਕਲ ਨੈਕਸਸ, ਇਹ ਫਿਰ ਇਸ ਤੋਂ ਵੀ ਵੱਡਾ ਤਾਕਤਵਰ ਸੰਸਥਾ ਬਣ ਜਾਂਦੀ ਹੈ ਜੀ। ਉਹੀ ਕੀ ਉਹੀ ਇਹ ਉਹੀ ਗੱਲ ਮੈਂ ਅੱਜ ਕਰ ਕਾਮਨ ਹੈ? ਰਿਹਾ। ਇਹ ਪਹਿਲਾਂ ਸੀ, ਹੁਣ ਪੰਜਾਬ ਦੇ ਵਿੱਚ ਅਨਫੋਰਚੂਨੇਟਲੀ ਮਿਨਿਸਟਰ ਨਏ ਹੈਗੇ, ਇਹਨਾਂ ਨੂੰ ਤਜਰਬਾ ਹੈ ਨਹੀਂ। ਜਿਵੇਂ ਇੱਕ ਇਹਨਾਂ ਦੀ ਲੇਡੀ ਮਿਨਿਸਟਰ ਹੈਗੀ ਆ ਗਗਨ ਅਨਮੋਲ ਮਾਨ, ਉਹ ਇੱਕ ਜਗ੍ਹਾ ਗਈ, ਉਹ ਪਹਿਲਾਂ ਪਹੁੰਚ ਗਈ, ਅਫਸਰ ਬਾਅਦ ਚ ਪਹੁੰਚੀ। ਉਹਦੇ ਬਾਅਦ ਸ਼ੋਇੰਗ ਮੈਂ ਪਹਿਲਾਂ ਪਹੁੰਚ ਗਈ, ਅਫਸਰ ਬਾਅਦ ਵੀ ਨਹੀਂ ਆਏ। ਫਿਰ ਕਹਿੰਦੀ ਚਲੋ ਮੌਕੇ ਤੇ ਉਹਨੂੰ ਅਫਸਰ ਹੋਰ ਜਗ੍ਹਾ ਹੀ ਲੈ ਗਏ ਮਾਈਨਿੰਗ ਦੇ ਵਿੱਚ। ਉਹਨੇ ਕਿਹਾ ਵੀ ਇਹ ਤਾਂ ਇਹ ਹੈ ਨਹੀਂ, ਫਿਰ ਆ ਕੇ ਉਹ ਦੂਜੀ ਜਗ੍ਹਾ ਲੈ ਕੇ ਗਏ। ਉਹ ਏਡਾ ਬੇਵਕੂਫ ਬਣਾਉਂਦੇ, ਉਹ ਹੱਥ se ਹਿਲਾਈ ਜਾਵੇ, ਉਹਨੂੰ ਕੋਸੇ ਵੇਲੇ ਕਾਗਜ਼ ਤੇ ਲਿਖ ਕੇ ਦਿੰਦੀ, ਸਸਪੈਂਡ ਦਿਸ ਮੈਨ, ਸਟਾਰਟ ਡਿਪਾਰਟਮੈਂਟ ਇਨਕੁਆਇਰੀ, ਰਿਟਨ ਆਰਡਰ ਇਸ਼ੂ ਕਰਦੀ, ਬੋਲਣ ਦੀ ਲੋੜ ਨਹੀਂ, ਆਈ ਹੈ ਜੀ ਤੇ ਸਿੱਧੇ ਹੋ ਜਾਣਗੇ। ਤੇ ਇਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਹੁਣ ਵੀ ਹੈਗਾ ਮੈਨੂਅਲ 'ਚ, ਹਰ ਹਫਤੇ ਹਰੇਕ ਕਲਰਕ ਇੱਕ ਵੀਕਲੀ ਲਿਸਟ ਆਫ ਕੇਸਿਸ ਪੈਂਡਿੰਗ ਕਰੇਗਾ, ਪਿਛਲੇ ਸੈਟਰਡੇ ਨੂੰ ਜਾਂ ਫਰਾਈਡੇ ਨੂੰ ਜਿਹੜੀ ਹੈਗੀ, ਲੈਸ ਦੈਨ 30 ਡੇਜ਼ ਨੰਬਰ 5, 7, 15, 20, 30 days to 60 days, 2 ਲਾਈਨਾਂ ਕੀ ਆ ਕੇਸ ਹੈ, 60 days and above 5 what is the case, where it is pending, why it is pending। ਤੇ ਉਹ ਜੇ ਕਲਰਕ ਬਣਾਵੇ ਸਵੇਰੇ ਉੱਠ ਕੇ ਮੰਡੇ ਨੂੰ, ਤੇ ਜੁਆਇੰਟ ਸੈਕਟਰੀ ਜਾਂ ਜੁਆਇੰਟ ਡਾਇਰੈਕਟਰ ਉਹ 3 ਵਜੇ ਚੈੱਕ ਕਰੇ, ਤੇ ਮੰਗਲਵਾਰ ਨੂੰ ਸੈਕਟਰੀ ਜਾਂ ਹੈਡ ਆਫ ਦਾ ਡਿਪਾਰਟਮੈਂਟ ਚੈੱਕ ਕਰੇ। ਲੋਕਾਂ ਦੇ ਕੰਮ ਕਿਉਂ ਐਮਐਲਏ ਕੋਲ ਜਾਂਦੇ? ਕਿਸੇ ਦਾ ਟੀਏ ਨਹੀਂ ਮਿਲਿਆ, ਕਿਸੇ ਦਾ ਡੀਏ ਨਹੀਂ ਮਿਲਿਆ, ਕਿਸੇ ਦਾ ਇਨਕਰੀਮੈਂਟ ਨਹੀਂ ਲੱਗਿਆ, ਕਿਸੇ ਦੀ ਛੁੱਟੀ ਨਹੀਂ ਸੈਂਕਸ਼ਨ ਹੋਈ, ਆਪਣੇ ਆਪ ਸ਼ੁਰੂ ਹੋ ਜਾਣਗੇ। ਉਹ ਚਾਹਣੇ ਵੀ ਕਿਉਂ ਪੈਂਡਿੰਗ ਹੈਗਾ, ਉਹਦੇ ਚ ਉਹਨੂੰ ਪੁੱਛ ਲਓ। ਤੇ ਉਹ ਜਿਹੜਾ ਸਿਸਟਮ ਹੈਗਾ, ਉਹ ਸਿਸਟਮ ਨੂੰ ਕੋਈ ਅਫਸਰ ਧਿਆਨ ਹੀ ਨਹੀਂ ਦਿੰਦਾ ਹੈਗਾ ਕਿ ਇੱਥੇ ਚੀਫ ਸੈਕਟਰੀ ਜੀ ਪੰਜਾਬ ਚ, ਉਹਨੂੰ ਮੈਂ ਕਿਹਾ ਤੂੰ ਐ ਕਰ, ਤੇਰੇ ਸਾਰੇ ਕਹਿੰਦੇ ਫਿਰ ਐਮਐਲਏ ਬੜੇ ਨਾਰਾਜ਼ ਹੋ ਜਾਣਗੇ। ਮੈਂ ਕਿਹਾ ਸੌਰੀ, ਯੂ ਆਰ ਏ ਚੀਫ ਸੈਕਟਰੀ, ਡੋਂਟ ਬਿਹੇਵ ਲਾਈਕ ਏ ਚੀਫ ਸੈਕਟਰੀ। So you should enforce this rule which is already there in the secretariat manual। तो ਇਸ ਕਰਕੇ ਜਿਹੜੇ ਸਾਡੇ ਸਿਸਟਮ ਨੇ ਉਹੀ ਸਾਰੇ ਰੈਗੂਲੇਟ ਕਰ ਚੁੱਕੇ ਆ, ਮੰਤਰੀਆਂ ਨੂੰ ਪਤਾ ਕੁਝ ਨਹੀਂ ਹੈਗਾ। ਹੁਣ ਇਹ ਭਗਵੰਤ ਮਾਨ ਨੇ ਅੱਛਾ ਆਪਦੇ ਜਾਣੇ ਕਰ ਰਿਹਾ, 50 ਬੰਦੇ ਪ੍ਰਿੰਸੀਪਲ ਭੇਜਦੇ ਨੇ ਉੱਥੇ ਸਿੰਗਾਪੁਰ ਸਟੱਡੀ ਕਰਨੇ, ਉਹਦੀ ਕੀ ਲੋੜ ਸੀ?
10 ਪ੍ਰਿੰਸੀਪਲ ਇੱਕ ਸਬਜੈਕਟ ਦੇ ਲਾ ਕੇ ਕਰਕੇ 10 ਭੇਜੋ। ਉਹਨਾਂ ਨੂੰ 7 ਦਿਨ ਭੇਜੋ, ਇੱਕ 3 ਦਿਨ ਦੀ ਬਜਾਏ 7 ਦਿਨ ਭੇਜੀ ਆ ਕੇ ਗਿਵ ਮੀ ਅ ਰਿਪੋਰਟ 10 ਪੇਜ ਦਾ ਤੂੰ ਬਣਾ ਦੇ ਹਾਊ ਟੂ ਇੰਪਰੂਵ ਦੈਟ ਸਬਜੈਕਟ। ਤੇ 10 ਸਬਜੈਕਟਾਂ ਦਾ 100 ਪੇਜ ਦਾ 150 ਪੇਜ ਦਾ ਬੁਕਲੇਟ ਬਣਾ ਕੇ ਹਰੇਕ ਡਿਸਟ੍ਰਿਕਟ ਹੈੱਡਕੁਆਟਰ ਤੇ ਜਿੰਨੇ ਪ੍ਰਿੰਸੀਪਲ ਨੇ ਗਵਰਨਮੈਂਟ ਸਕੂਲਾਂ ਦੇ ਪ੍ਰੋਵਾਈਡ ਸਾਰਿਆਂ ਨੂੰ ਬੁਲਾ ਕੇ ਉਹਨਾਂ ਦਾ 7 ਦਿਨ ਦੀ ਟ੍ਰੇਨਿੰਗ ਰਨ ਕਰੋ। ਇੰਟਰੋਡਿਊਸ them the new better system of education in Singapore। ਹੁਣ ਉਹ 50 ਭੇਜਦੇ 50 4 ਲੱਖ ਰੁਪਇਆ ਖਰਚਾ ਉਹ 2 ਕਰੋੜ ਦਾ ਉਹ ਆ ਕੇ ਆਰਾਮ ਕਰਦੇ ਨੇ ਜਾਂ ਉਥੋਂ ਆਪਣੇ ਵਧੀਆ ਜਿਹੇ ਮੋਮੈਂਟੋ ਖਰੀਦ ਲੈਣਗੇ। ਸੋ ਇਹਨਾਂ ਨੂੰ ਪਤਾ ਕੋਈ ਨਹੀਂ ਹੈਗਾ ਕਿ ਦੇ ਆਰ ਵੈਲ ਮੀਨਿੰਗ ਪੀਪਲ ਹੀ ਵਾਂਟਸ ਕਿ ਐਜੂਕੇਸ਼ਨ ਟੂ ਇੰਪਰੂਵ, ਪਰ ਉਹ 50 ਕੀ ਕਰਨਗੇ 10 ਬੰਦੇ ਭੇਜ ਕੇ ਇਨਫੋਰਸ ਕਰ ਦਿੰਦਾ ਇਹ ਤੁਹਾਡਾ ਸਿਸਟਮ ਵੁੱਡ ਹੈਵ ਵਰਕਡ ਵੈਰੀ ਵੈਲ। ਜੀ ਸਰ, ਜਿਹੜੀ ਕਰਪਸ਼ਨ ਦੀ ਗੱਲ ਆਉਂਦੀ ਆ ਤਾਂ ਕਰਪਸ਼ਨ ਨੂੰ ਤੁਸੀਂ ਵੀ ਕਿਹਾ ਕਿ ਹੁਣ ਵੱਧ ਚੁੱਕੀ ਆ, ਮਤਲਬ ਓਵਰ ਦਾ ਈਅਰਸ ਤੁਸੀਂ ਦੇਖਿਆ ਓਵਰ ਦਾ ਡੈਕੇਡਸ ਇਹ ਬਹੁਤ ਕਰਪਸ਼ਨ ਵਧੀ ਆ ਪੰਜਾਬ ਦੇ ਵਿੱਚ। ਪਰ ਜਦੋਂ ਕਰਪਸ਼ਨ ਕੋਈ ਪੁਲਿਸ ਆਫੀਸਰ ਕਰਦਾ ਹੈ, ਚਾਹੇ ਕੋਈ ਬਿਊਰੋਕਰੇਟ ਕਰਦਾ ਹੈ, ਤਾਂ ਉਹਦੇ ਤੇ ਸ਼ਿਕੰਜਾ ਕੌਣ ਕੱਸੇਗਾ? ਉਹਨਾਂ ਦੀ ਲੋੜ ਨਾਲੋਂ ਜ਼ਿਆਦਾ ਪ੍ਰਾਪਰਟੀ ਦੀ ਡਿਮਾਂਡ ਇਨਵੈਸਟੀਗੇਸ਼ਨ ਕੌਣ ਕਰੇਗਾ? ਉਹਨਾਂ ਦੀਆਂ ਜਿਹੜੀਆਂ ਐਨੂਅਲ ਰਿਪੋਰਟਸ ਨੇ ਉਹਨਾਂ ਦੇ ਉੱਤੇ ਤਾਂ ਕੋਈ ਵੀ ਨੈਗੇਟਿਵ ਰਿਪੋਰਟਿੰਗ ਜਾਂਦੀ ਹੀ ਨਹੀਂ ਹੈ ਕਿ ਐਜ਼ ਇਫ ਕਿ ਉਹ ਇਹ ਹੈਗਾ ਜੀ ਕਿ ਹੁਣ ਜਿਹੜੀ ਡਿਪਾਰਟਮੈਂਟ ਇਨਕੁਆਇਰੀ ਆਰਡਰ ਕਰਦੇ ਆ ਜਿਹਦੇ ਖਿਲਾਫ ਹੁੰਦੀ ਆ ਉਹ ਸਟੇ ਆਰਡਰ ਲੈ ਜਾ ਕੇ ਜੀ ਮੇਰਾ ਪ੍ਰੋਟੋਕਾਲ ਦੇ ਵਿੱਚ ਇੱਥੇ ਜੁੰਦੇ ਰਹੇ ਆ ਉਹ 100 ਬਣਦਾ। ਜੇ ਚੀਫ ਸੈਕਟਰੀ ਸਾਹਿਬ ਚੀਫ ਜਸਟਿਸ ਨੂੰ ਲੈਟਰ ਲਿਖ ਕੇ 5 ਰਿਟਾਇਰਡ ਜੱਜਿਸ ਦੀ ਲਿਸਟ ਮੰਗ ਲੈਣ ਕਿ ਜੀ ਸਾਨੂੰ ਦਿਓ, ਜਿਹੜੇ ਵੀ ਅਫਸਰ ਦੇ ਖਿਲਾਫ ਇਨਕੁਆਇਰੀ ਕਰਨੀ ਹੈ ਉਹ ਜਿਹੜਾ ਹਾਈ ਕੋਰਟ ਦਾ ਜੱਜ ਉਹਨੂੰ ਦੇ ਦਿਓ। ਹਾਈ ਕੋਰਟ ਦਾ ਜੱਜ ਪ੍ਰੋਟੋਕਾਲ ਦੇ ਵਿੱਚ ਚੀਫ ਸੈਕਟਰੀ ਜਾਂ ਡੀਜੀਪੀ ਦੋਨਾਂ ਤੋਂ ਸੀਨੀਅਰ ਹੈਗਾ, ਕੋਈ ਪ੍ਰੋਟੋਕਾਲ ਦਾ ਝੰਜਟ ਨਹੀਂ ਹੋਏਗਾ। ਫਿਰ ਜਿਹੜਾ ਹਾਈ ਕੋਰਟ ਦਾ ਜੱਜ ਹੈਗਾ, ਜਿਵੇਂ ਇੱਥੇ ਉਹ ਅਲ ਪਾਗਲ ਜੱਜ ਸੀਗਾ ਅਮਰਦੱਤ ਜਿਹਨੇ KPS ਗਿੱਲ ਨੂੰ ਰਗੜਾ ਲਾਇਆ, ਉਹ ਇਹਨੂੰ ਇਨਕੁਆਇਰੀ ਦੇ ਦਿਓ 30 ਦਿਨ ਚ ਖਤਮ ਕਰ ਦੇਗਾ। ਖਤਮ ਕਰਕੇ ਉਹ ਅਫਸਰਾਂ ਨੂੰ 2-4 ਨੂੰ ਰਗੜਾ ਲਾ ਦਿਓ, ਸਿੱਧੇ ਹੋ ਜਾਣਗੇ। ਉਹ ਤਾਂ ਕੋਈ ਕਰਦਾ ਨਹੀਂ ਹੈਗਾ, ਅਫਸਰਾਂ ਨੂੰ ਫੜਾਈ ਜਾਂਦੇ। ਇਸ ਵਿੱਚ the senior officers do not either take interest or they don't want to do it or they do not know it। ਤੇ ਉਹ 5 ਜੱਜ ਲਾ ਲਓ, ਅਮਰਦੱਤ ਨੂੰ ਦੇ ਦਿਓ, ਉਹ ਜਿਹਨੂੰ ਦੇ ਦਿਓ ਬੰਨ ਕੇ ਰੱਖ ਲਓ। ਇਹ ਜੇ ਹੋਰ ਜੱਜ ਬਥੇਰੇ ਮਿਲ ਜਾਣਗੇ। ਤੇ ਇੱਕ ਜੇ ਜਸਟਿਸ ਨਵਾਬ ਸਿੰਘ ਆ, ਉਹਨੇ 7 ਸਾਲ ਰਿਹਾ, ਉਹਨੇ 1 ਰੁਪਈਆ ਮਹੀਨੇ ਦੀ ਤਨਖਾਹ ਲੈਂਦਾ ਸੀ। ਤੇ ਇਹ ਜੇ ਬਥੇਰੇ ਮਿਲ ਜਾਣਗੇ ਤੁਹਾਨੂੰ, ਉਹਨਾਂ ਨੂੰ ਲਾ ਦਿਓ। ਜਿਵੇਂ ਸਰਦਾਰ ਕਪੂਰ ਸਿੰਘ ਦੀ ਜਿਹੜੀ ਡਿਪਾਰਟਮੈਂਟ ਇਨਕੁਆਇਰੀ ਕੀਤੀ ਸੀ ਉਹ ਸਿਟਿੰਗ ਜੱਜ ਆਫ ਦਾ ਹਾਈ ਕੋਰਟ ਨੇ ਕੀਤੀ ਸੀ। ਉਸ ਤੋਂ ਬਾਅਦ ਉਹ ਹੀ ਵਾਸ ਫਾਊਂਡ ਗਿਲਟੀ, ਉਹਨੂੰ ਡਿਸਮਿਸ ਕਰਤਾ। ਇਸੇ ਤਰ੍ਹਾਂ ਹੁਣ ਤੁਹਾਡਾ ਇੱਕ ਅਫਸਰ ਕੋਈ ਕ੍ਰਾਈਮ ਕਰਦਾ, ਇੱਕ ਤਾਂ ਕ੍ਰਿਮੀਨਲ ਪ੍ਰੋਸੀਕਿਊਸ਼ਨ ਹੋ ਜਾਂਦੀ ਹੈ, ਉਹ 5 ਸਾਲ 7 ਸਾਲ 10 ਸਾਲ ਲੱਗ ਜਾਣਗੇ। ਫਿਰ ਹਾਈ ਕੋਰਟ ਜਾਊਗਾ, 25 ਸਾਲ ਲੱਗ ਜਾਣਗੇ। ਉਹਦੇ ਨਾਲ ਦੇ ਨਾਲ ਸਾਈਡ ਬਾਈ ਸਾਈਡ ਯੂ ਟੇਕ ਐਕਸ਼ਨ ਅਗੇਂਸਟ ਦਾ ਵਾਇਲੇਸ਼ਨ ਆਫ ਕੰਡਕਟ ਰੂਲਸ। ਜਿਵੇਂ ਪ੍ਰਾਪਰਟੀ ਖਰੀਦੀ ਹੈ ਕਿ ਵੀ ਪਰਮਿਸ਼ਨ ਲੈ ਕੇ ਦੱਸਿਆ ਨਹੀਂ ਦੱਸਿਆ ਉਹ ਕੀਤਾ, ਉਹਦੇ ਨਾਲ ਤੁਸੀਂ ਡਿਪਾਰਟਮੈਂਟ ਇਨਕੁਆਇਰੀ ਕਰੋ, ਕਰਕੇ ਉਹਨੂੰ ਡਿਸਮਿਸ। ਜਦੋਂ ਕਿਸੇ ਸਟੇਟ ਦਾ ਚੀਫ ਸੈਕਟਰੀ ਹੀ ਉਹ ਹੋਵੇ ਜਿਹਦੇ ਤੇ ਜਿਹੜਾ ਰੰਗੇ ਹੱਥੀ ਫੜਿਆ ਗਿਆ ਹੋਵੇ ਸਰ ਕਰਪਸ਼ਨ ਦੇ ਜ਼ੁਲਮ ਦੇ ਵਿੱਚ, ਕੀ ਇਹ ਚੀਜ਼ ਸਾਡੀ ਨੈਤਿਕਤਾ 'ਚ ਕਮੀ ਆ ਚੁੱਕੀ ਹੈ ਕਿ ਅਸੀਂ ਲੋਕਾਂ ਨੂੰ ਇਸ ਹੱਦ ਤੱਕ ਇਸ ਚੀਜ਼ ਨੂੰ ਨਾਰਮਲਾਈਜ਼ ਕਰ ਰਹੇ ਹਾਂ ਕਿ ਕਰਪਸ਼ਨ ਰੰਗੇ ਹੱਥੀ ਫੜੇ ਜਾਣ ਵਾਲੀ ਗੱਲ ਹੋਵੇ? ਜਾਂ ਮੈਂ ਇਸ ਤੋਂ ਪਹਿਲਾਂ ਇਹ ਵੀ ਜਾਣਨਾ ਚਾਹਾਂਗੀ ਕਿ ਜਿਹੜੇ ਪੁਲਿਸ ਆਫੀਸਰਸ ਜਾਂ ਬਿਊਰੋਕਰੇਟਸ ਨੇ ਐਜ਼ ਏ ਪਰਸਨ, ਉਹਨਾਂ ਦੀ ਮੋਰੈਲਿਟੀ, ਉਹਨਾਂ ਦੇ ਐਥਿਕਸ ਜਿਹੜੇ ਆ, ਇਹਦੇ 'ਚ ਕੀ ਉਹਨਾਂ ਦੀ ਪਰਸਨੈਲਿਟੀਜ਼ ਦੇ ਬਦਲਾਵ ਨੇ? ਕੀ ਜ਼ਮਾਨਾ ਬਦਲ ਚੁੱਕਾ ਹੈ ਕਿ ਕਰਪਸ਼ਨ ਜਿਹੜੀ ਆ ਉਹ ਬੜੀ ਨਾਰਮਲ ਤੇ ਸ਼ੁੱਧ ਪਿਓਰ ਚੀਜ਼ ਲੱਗਣ ਲੱਗ ਗਈ ਆ, ਹੋਲੀ ਕਰਪਸ਼ਨ? ਇੱਕ ਤਾਂ ਇਹ ਹੈ ਕਿ ਲੋਕਾਂ ਦੀਆਂ ਆਦਤਾਂ ਵਧੀਆਂ ਨੇ। ਹੁਣ ਚੰਡੀਗੜ੍ਹ ਦੇ ਇੰਸਪੈਕਟਰ ਕਈ ਹੈਗੇ ਜਿਨ੍ਹਾਂ ਦੇ ਬੱਚੇ ਅਮਰੀਕਾ ਪੜ੍ਹਦੇ ਆ, ਕਿੰਨਾ ਖਰਚਾ ਹੋ ਰਿਹਾ, ਕਿੱਥੋਂ ਪੈਸੇ ਆਉਂਦੇ, ਕਿੰਨੀ ਉਹਨਾਂ ਦੀ ਤਨਖਾਹ। ਇਸੇ ਤਰ੍ਹਾਂ ਜਿੰਨੇ ਵੀ ਹੋਰ ਨੇ, ਸਾਡਾ ਉਹ ਸਟੈਂਡਰਡ ਹੀ ਬਦਲ ਗਿਆ। ਇਟਸ ਏ ਡਿਸਪਲੇ ਆਫ ਵੈਲਥ ਕਿ ਤੁਹਾਡੇ ਕੋਲ ਕਿੰਨੀ ਵੱਡੀ ਕਾਰ ਹੈ, ਕਿੰਨੀ ਵੱਡੀ ਕੋਠੀ ਹੈ, ਕਿੱਡਾ ਵੱਡਾ ਫਾਰਮ ਹਾਊਸ ਹੈ। ਇਹ ਹੋ ਗਿਆ ਉਹ ਸਿਸਟਮ ਹੀ। ਪੁਰਾਣੇ ਜ਼ਮਾਨੇ 'ਚ ਜਿਹੜਾ ਸੀ ਨਾ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ, ਫਰੀਦਾ ਦੇਖ ਪਰਾਈ ਚੋਪੜੀ ਨਾ, ਉਹ ਖਤਮ ਹੋ ਗਿਆ। ਇਟਸ ਓਵਰ ਰੈਲੇਵੈਂਟ, ਉਹਦੇ ਨਾਲ ਉਹ ਵਧ ਗਿਆ ਹੋਇਆ। ਤੇ ਦੂਜਾ ਇਹ ਹੈ ਕਿ ਇਟ ਇਜ਼ ਫਾਰ ਦਾ ਚੀਫ ਮਿਨਿਸਟਰ ਟੂ ਟੇਕ ਡਿਸੀਜਨ, ਸਟਰੋਂਗ ਐਕਸ਼ਨ। ਜਿਹੜਾ ਵੀ ਕੋਈ ਆਂਦਾ, ਜਿਵੇਂ ਹੁਣ ਇਹ DGP ਦੀ ਸਿਲੈਕਸ਼ਨ ਵਾਸਤੇ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਹੈ 1906 ਦੀ, ਪ੍ਰਕਾਸ਼ ਸਿੰਘ ਵਰਸਸ ਯੂਨੀਅਨ ਆਫ ਇੰਡੀਆ, ਕਿ DGP ਦੀ ਸਿਲੈਕਸ਼ਨ ਜਿਹੜੀ ਹੋਏਗੀ, ਸਟੇਟ ਗਵਰਨਮੈਂਟ 7 ਬੰਦੇ ਦਾ ਨਾਮ ਭੇਜੇਗਾ ਪੈਨਲ ਉਹਦਾ। ਯੂਨੀਅਨ ਪੋਲਿਸ ਕਮਿਸ਼ਨ, ਸਟੇਟ ਦੇ 2 ਰਿਪਰੈਜ਼ੈਂਟੇਟਿਵ ਤੇ ਹੋਮ ਮਿਨਿਸਟਰ ਰਿਪਰੈਜ਼ੈਂਟੇਟਿਵ, UPSC ਦਾ ਹੈਡ, ਉਹਨੂੰ ਸਿਲੈਕਟ ਕਰਨਗੇ। ਦੈਨ ਦੇ ਰਿਕਮੈਂਡ ਨਾ ਕਰ ਉਹਨਾਂ ਚੋਂ ਸਟੇਟ ਗਵਰਨਮੈਂਟ ਜਿਹਨੂੰ ਮਰਜ਼ੀ ਕਰ ਲੇ। ਇਸੇ ਤਰ੍ਹਾਂ ਚੀਫ ਸੈਕਟਰੀ ਦੀ ਵੀ ਸਿਲੈਕਸ਼ਨ ਦਾ ਪ੍ਰੋਸੀਜਰ ਹੋਣਾ ਚਾਹੀਦਾ, ਸੋ ਦੈਟ ਦਾ ਰਾਈਟ ਪਰਸਨ ਇਜ਼ ਸਿਲੈਕਟਡ। ਇਹਨਾਂ ਨਾਲ ਜਿਹੜੇ ਆ ਜਾਣਗੇ, ਜਿਹੜਾ ਤੁਸੀਂ ਕਹਿ ਰਹੇ ਹੋ ਬਈ ਇਹਦਾ ਰਿਕਾਰਡ ਖਰਾਬ ਹੈ ਜਾਂ ਕੁਝ ਹੋਰ, ਉਹ ਆਪਣੇ ਆਟੋਮੈਟਿਕ ਕੱਟ ਹੋ ਜਾਏਗਾ।
ਜਿਹੜੀ ਤੁਸੀਂ ਜਜਮੈਂਟ ਦਾ ਗੱਲ ਕੀ ਸਰ, ਪ੍ਰਕਾਸ਼ ਸਿੰਘ ਵਰਸਸ ਯੂਨੀਅਨ ਆਫ ਸਟੇਟ, ਇਹ 2006 ਦੀ ਜਜਮੈਂਟ ਹੈ ਨਾ ਜੀ। ਹਾਂਜੀ ਸਰ, ਪੰਜਾਬ ਦੇ ਵਿੱਚ ਬਿਊਰੋਕ੍ਰੇਸੀ ਦਾ ਜਿਹੜੀ ਕਰਪਸ਼ਨ ਹੈ, ਜਾਂ ਆਪਾਂ ਬਿਊਰੋਕ੍ਰੇਸੀ ਦੇ ਕੰਮਕਾਜ ਨੂੰ ਦੇਖਦੇ ਹਾਂ, ਇਹਦੇ ਵਿੱਚ ਜਿਹੜੇ ਬਦਲਾਵ ਨੇ, ਉਹ ਬਦਲਾਵ ਕੀ ਹੋਣੇ ਚਾਹੀਦੇ ਨੇ ਤੁਹਾਡੇ ਅਕੋਰਡਿੰਗਲੀ? ਪਲੱਸ ਤੁਸੀਂ ਅਦਰ ਸਟੇਟ ਦੇ ਵਿੱਚ ਕੰਮ ਕੀਤਾ ਜੀ, ਮਨੀਪੁਰ ਦੇ ਵਿੱਚ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ, ਤੁਸੀਂ ਕੀ ਚਾਹੁੰਦੇ ਹੋ ਕਿ ਅਗਰ ਤੁਸੀਂ ਕੰਪੈਰੀਟਿਵ ਸਟੱਡੀ ਕਰੋ ਦੋਨਾਂ ਸੂਬਿਆਂ ਦੀ? ਇੱਕ ਤਾਂ ਜੀ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ, ਮਨੀਪੁਰ ਪਬਲਿਕ ਸਰਵੈਂਟਸ ਪਰਸਨਲ ਲਾਇਬਿਲਿਟੀ ਐਕਟ, ਉਹਨੂੰ ਇਨਫੋਰਸ ਕਰ ਦੇਣ। ਉਹਦੇ 'ਚ ਇਹ ਹੈਗਾ ਕਿ ਜੇ ਕਿਸੇ ਬਿਊਰੋਕਰੈਟ ਨੇ ਗਲਤੀ ਕੀਤੀ, ਉਹਨੂੰ ਫੜ ਕੇ ਚੀਫ ਸੈਕਟਰੀ ਉਹਨੂੰ ਸਾਰੇ ਕਾਪੀਆਂ ਦੇ ਕੇ ਉਹਦੀ ਐਕਸਪਲੇਨੇਸ਼ਨ ਕਾਲ ਕਰ ਲੇ। ਕਾਲ ਕਰਕੇ ਜਦੋਂ ਆ ਗਈ, ਉਹ ਹਾਈ ਕੋਰਟ ਦਾ ਜੱਜ ਰਿਟਾਇਰਡ ਹੈਗਾ, ਉਹਨੂੰ ਦੇ ਦੇਣ 30 ਮਹੀਨੇ ਤੋਂ ਇਨਕੁਆਇਰੀ ਕਰਕੇ ਉਹਨੂੰ ਡਿਸਮਿਸ ਕਰ ਦੇਣ। ਇਸੇ ਤਰ੍ਹਾਂ ਜੇ ਕੋਈ ਪੋਲੀਟੀਸ਼ੀਅਨ ਹੈਗਾ, ਉਹਦੇ ਸਾਰਾ ਰਿਕਾਰਡ ਲੈ ਕੇ ਕਿ ਉਹਨੂੰ ਚੀਫ ਮਿਨਿਸਟਰ ਸਾਹਿਬ ਉਹਨੂੰ ਲੈਟਰ ਲਿਖ ਦੇਣ, ਉਹਦਾ ਜਵਾਬ ਆਉਣ ਤੋਂ ਬਾਅਦ ਹਾਈ ਕੋਰਟ ਦੇ ਜੱਜ ਨੂੰ ਦੇ ਦਿਓ, ਇਨਕੁਆਇਰੀ ਕਰਕੇ ਖਤਮ ਕਰ ਦੇਗਾ। 2000 ਨੂੰ ਤੁਸੀਂ ਅੰਦਰ ਕਰ ਦਿਓ, ਕੰਮ ਠੀਕ ਹੋ ਜਾਏਗਾ। ਐਕਟ ਆਲਰੇਡੀ ਬਣਿਆ ਹੋਇਆ, ਸਰਦਾਰ ਜਰਨੈਲ ਸਿੰਘ ਸੀਗੇ ਮੇਰੇ ਕੁਲੀਗ, ਇਜ਼ ਏ ਜੀਨੀਅਸ, ਇਜ਼ ਨਾਟ ਏ ਆਰਡੀਨਰੀ, ਉਹਨੇ ਬਣਾਇਆ ਸੀ। ਤੇ ਉਹ ਤੁਸੀਂ ਮਨੀਪੁਰ ਉਹਦੀ ਪਰਸਨਲ ਪ੍ਰਾਪਰਟੀ 'ਚ ਜਿਹੜਾ ਨੁਕਸਾਨ ਹੋਇਆ ਗਵਰਨਮੈਂਟ ਨੂੰ, ਉਹਦੀ ਪਰਸਨਲ ਪ੍ਰਾਪਰਟੀ 'ਚੋਂ ਰਿਕਵਰ ਕਰੋ। ਮਨੀਪੁਰ ਪਬਲਿਕ ਸਰਵੈਂਟਸ ਪਰਸਨਲ ਲਾਇਬਿਲਿਟੀ ਐਕਟ ਉਹ ਕਰ ਦਿਓ। 2 ਦੇ 4 ਦੇ ਤੁਸੀਂ ਕੋਠੀ ਜ਼ਬਤ ਕਰ ਲਓ, ਉਹਦੇ ਅੰਡਰ ਕੋਈ ਬਹੁਤਾ ਲੰਬਾ ਚੌੜਾ ਕੰਮ ਨਹੀਂ, ਸਿੱਧੇ ਹੋ ਜਾਣਗੇ। ਇਹਦੇ ਲਈ ਬਹੁਤ ਸਟਰੋਂਗ ਪੋਲੀਟੀਕਲ ਵਿਲ ਦੀ ਜ਼ਰੂਰਤ ਹੈ। ਕੋਈ ਵੀ ਪੋਲੀਟੀਕਲ ਪਾਰਟੀ ਇਹ ਇੱਛਾ ਰੱਖੇ ਕਿ ਜਿਹੜੇ ਕਰਪਸ਼ਨ ਕਰਦੇ ਬਿਊਰੋਕਰੇਟਸ ਨੇ, ਆਫੀਸਰਸ ਨੇ, ਉਹਨਾਂ ਦੀਆਂ ਪ੍ਰਾਪਰਟੀਆਂ, ਉਹਨਾਂ ਤੇ ਕਾਰਵਾਈ ਕਰਕੇ, ਨਿਰਪੱਖ ਹੋ ਕੇ ਜਾਂਚ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ। ਇਹ ਸਾਰੇ ਅਫਸਰ ਹਰ ਸਾਲ ਐਨੂਅਲ ਪ੍ਰਾਪਰਟੀ ਦੀ ਲਿਸਟ ਭੇਜਣੀ ਪੈਂਦੀ ਹੈ ਚੀਫ ਸੈਕਟਰੀ ਨੂੰ। ਪੰਜਾਬ ਦੇ ਵਿੱਚ IAS IPS 50 ਸਾਲਾਂ ਤੋਂ ਨਹੀਂ ਭੇਜੀ, ਉਹਦੀ ਕਿਸੇ ਨੇ ਐਕਸਪਲੇਨੇਸ਼ਨ ਨਹੀਂ ਕਾਲ ਕੀਤੀ, ਉਹ ਨਹੀਂ ਭੇਜੀ ਹੈਗੀ, ਉਹਦੀ 2 ਨੋਟਿਸ ਦੇ ਕੇ ਨਹੀਂ ਕਰਦਾ, ਉਹਨੂੰ ਜੱਜ ਨੂੰ ਇਨਕੁਆਇਰੀ ਦਿਓ, ਉਹਨੂੰ ਪਨਿਸ਼ਮੈਂਟ ਦਿਓ, ਉਹਨੂੰ ਰਿਵਰਟ ਕਰ ਦਿਓ ਜਾਂ ਡਿਸਮਿਸ ਕਰ ਦਿਓ। ਨਾ ਹੁਣ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਦੇ ਉੱਤੇ ਕਿ ਹਾਊ ਟੂ ਅਪਾਇੰਟ ਦਾ ਇਲੈਕਸ਼ਨ ਕਮਿਸ਼ਨਰ ਐਂਡ ਚੀਫ ਇਲੈਕਸ਼ਨ ਕਮਿਸ਼ਨਰ। ਉਹਦਾ ਉਮੀਦ ਆ ਵੀ ਥੋੜਾ ਬਹੁਤਾ ਠੀਕ ਹੋ ਜਾਏਗਾ। ਇਸੇ ਤਰ੍ਹਾਂ ਜਿਹੜੇ ਵੀ ਪਬਲਿਕ ਸਰਵਿਸ ਕਮਿਸ਼ਨ ਦੇ ਹੈਡ ਹੈਗੇ, ਦੇ ਸ਼ੁੱਡ ਆਲਸੋ ਬੀ ਅਪਾਇੰਟਡ ਬਾਈ ਏ ਨਿਊਟਰਲ ਬਾਡੀ। ਤੇ ਹੁਣ ਸਰ ਸਰਕਾਰ ਦੀ ਚੁਆਇਸ ਦੇ ਨਾਲ ਹੁੰਦੇ ਨੇ। ਪੜਨ ਹੁਣ ਜਿਹੜੇ PPSC ਦੇ ਚੇਅਰਮੈਨ ਨੇ, ਉਹ ਸਿਰਫ ਸੱਤਾਧਾਰੀ ਧਿਰ ਦੀ ਚੁਆਇਸ ਦੇ ਨਾਲ ਹੀ ਲਾਏ ਜਾਂਦੇ ਨੇ। ਮੈਨੂੰ ਨਹੀਂ ਪਤਾ, ਹੁਣ ਤਾਂ ਜਿਹੜਾ ਮਰਜ਼ੀ CM ਦੇ ਪੈਰ ਫੜ ਲਿਓ, ਉਹਨੂੰ ਲਾ ਦਿੰਦਾ ਇਸ ਵਕਤ। ਇੱਥੋਂ ਕਈ ਲੈਫਟੀਨੈਂਟ ਜਨਰਲ ਨੇ ਦੁਆ ਸਲਾਮ ਕਰਕੇ ਉਹ ਬਣ ਗਏ ਨੇ। ਇਹ ਜਿਹੜੀ ਸਾਈਕੋਫੈਂਸੀ ਹੈ ਸਰ ਆਫੀਸਰ ਕਲਾਸ ਦੇ ਵਿੱਚ, ਬਿਊਰੋਕ੍ਰੇਸੀ ਦੇ ਵਿੱਚ, ਇਹ ਪਹਿਲਾਂ ਵੀ ਹੁੰਦੀ ਸੀ? ਇੱਕ ਤਾਂ ਹੁੰਦਾ ਰਿਸਪੈਕਟ ਦਾ ਰਿਸ਼ਤਾ, ਇੱਕ ਹੁੰਦਾ ਸਾਈਕੋਫੈਂਸੀ ਸਰ, ਚਮਚਾਗਿਰੀ। ਪਹਿਲਾਂ ਘੱਟ ਹੁੰਦੀ ਸੀ ਜੀ, ਪਹਿਲਾਂ ਹੁੰਦੀ ਤਾਂ ਸੀ। ਤੇ ਜਿਵੇਂ ਪਹਿਲਾਂ ਕੋਈ ਰਿਸ਼ਵਤ ਲੈਂਦਾ ਸੀ, ਉਹ ਲੁੱਕ ਕੇ ਲੈਂਦਾ ਸੀ। ਅੱਜ ਕੱਲ ਉਹ ਰਿਸ਼ਵਤ ਨਹੀਂ ਲੈਂਦੇ, ਉਹ ਫੀਸ ਕਹਿੰਦੇ ਆ ਜੀ ਉਹਨੂੰ, ਉਹ ਫੀਸ ਲੈਂਦੇ, ਓਪਨਲੀ ਲੈਂਦੇ ਆ। ਫਿਰ ਆ ਸਿੰਪਲ ਜਿਹਾ ਕੰਮ ਹੈ। ਪੁਰਾਣੇ ਜ਼ਮਾਨੇ 'ਚ ਜਦੋਂ ਲੈਂਡ ਰੈਵਨਿਊ ਕਲੈਕਸ਼ਨ ਹੁੰਦਾ ਸੀ, ਲੰਬੜਦਾਰ ਸੀਗਾ, ਉਹ ਲੈਂਡ ਰੈਵਨਿਊ ਕਲੈਕਟ ਕਰਕੇ ਸਰਕਾਰ ਨੂੰ ਜਮ੍ਹਾਂ ਕਰਾਉਂਦਾ ਸੀ, ਉਹ ਜੋ 5% ਲੈ ਲੈਂਦਾ ਸੀ। ਦੈਟ ਕਾਲਡ ਵਾਜ ਪੰਜੋਤਰਾ। ਹੁਣ ਲੈਂਡ ਰੈਵਨਿਊ ਤਾਂ ਖਤਮ ਹੋ ਗਿਆ, ਲੰਬੜਦਾਰਾਂ ਨੂੰ 1500 ਰੁਪਏ ਮਹੀਨੇ ਦੀ ਤਨਖਾਹ ਮਿਲਦੀ ਆ। ਤੁਸੀਂ ਤਹਿਸੀਲ 'ਚ ਜਾ ਕੇ ਦੇਖ ਲਿਓ, 25-30 ਬੈਠੇ ਲੰਬੜਦਾਰ ਤਾਸ਼ ਖੇਡਦੇ ਹੁੰਦੇ ਆ। ਜਿਹਨੇ ਵੀ ਕਿਸੇ ਨੇ ਗਵਾਹੀ ਪੁਰਾਣੀ ਆ, ਉਹ 500 ਤੇ ਲਾ ਕੇ 5000 ਰੁਪਏ ਲੈ ਕੇ ਗਵਾਹੀ ਪਾ ਦਿੰਦਾ। ਇਹਨਾਂ ਨੂੰ ਦੱਸਿਆ, ਮਿਸਟਰ ਨਿਚਰ ਨੂੰ ਮੈਂ ਦੱਸਿਆ ਕਿ ਜੀ ਤੁਸੀਂ ਜਿਹੜਾ ਹੈਗਾ ਲੰਬੜਦਾਰਾਂ ਦੀ ਪੋਸਟ ਅਬੋਲਿਸ਼ ਕਰ ਦਿਓ, ਤੇ ਆਰ ਇੱਕ ਨੋਟੀਫਿਕੇਸ਼ਨ ਕਰ ਦੇ ਕੇ ਵੇਅਰ ਐਵਰ ਦਾ ਵਰਡ ਲੰਬੜਦਾਰ ਦੀ ਐਗਜ਼ਿਸਟਿੰਗ ਇਨ ਦਾ ਲੈਂਡ ਰੈਵਨਿਊ ਐਕਟ ਵੀ ਬੀ ਸਬਸਟੀਟਿਊਟਡ ਬਾਈ ਆਧਾਰ ਕਾਰਡ ਨੰਬਰ। ਉਹਦੇ ਨਾਲ ਆਧਾਰ ਕਾਰਡ ਵਾਲੀ ਆਪਣੇ ਗਵਾਹੀ ਪਾ ਦਿਆ ਕਰਨਗੇ, ਤੇ ਤੁਹਾਨੂੰ 50-60 ਕਰੋੜ ਰੁਪਇਆ ਸਾਲ ਦਾ ਬਚੇਗਾ। ਪਤਾ ਨਹੀਂ ਉਹ ਕੀ ਕਰੇਗਾ, ਅੱਛਾ ਆਦਮੀ ਲੱਗਦਾ ਹੈਗਾ। ਲੈਟਸ ਸੀ ਵਾਟ ਹੀ ਡਸ। ਇਸੇ ਤਰ੍ਹਾਂ ਤੁਹਾਡਾ ਕਹਿਣਾ ਹੈ ਕਿ ਲੰਬੜਦਾਰ ਦੀ ਪੋਸਟ ਨੂੰ ਹੀ ਅਬੋਲਿਸ਼ ਕਰ ਦੇਣਾ ਚਾਹੀਦਾ, ਇਹਦੀ ਅੱਜ ਦੇ ਸਮੇਂ 'ਚ ਜ਼ਰੂਰਤ ਨਹੀਂ ਹੈ। ਜਿਹੜੀ ਅਨਵਾਂਟਡ ਪੋਸਟ ਨੇ, ਇਰਰੈਲੇਵੈਂਟ ਨੇ, ਉਹ ਅਬੋਲਿਸ਼ ਕਰ ਦਿੱਤੀ। ਦੇਖੋ ਜਿਵੇਂ ਇਹ ਹੁਣ NRI ਦਾ ਹੈਗਾ ਕਿ ਉਹਦੀ ਲੈਂਡ ਗ੍ਰੈਬਿੰਗ ਹੋ ਗਈ, ਇਹ ਹੋ ਗਈ, ਤੇ ਉਹ ਮੈਂ ਦੱਸਿਆ ਹੈਗਾ ਨਿੱਜੇ ਸਾਹਿਬ ਨੂੰ ਹੀ ਕਿ ਜੀ ਹਰੇਕ ਡਿਸਟ੍ਰਿਕਟ ਹੈਡਕੁਆਟਰ ਦੇ ਉੱਤੇ ਤੁਸੀਂ 3 ਲੈਂਡ ਰੈਵਨਿਊ ਵੈਰੀਫਿਕੇਸ਼ਨ ਅਫਸਰ ਲਾ ਦਿਓ। ਉਹ ਕਿਹੜੇ ਨੇ? 80 ਸਾਲ ਦਾ ਬੁੜਾ ਹੋਵੇ, ਕਾਨੂੰਗੋ ਰਿਟਾਇਰ, ਉਰਦੂ ਜਾਣਦਾ ਹੋਵੇ, ਉਹਨੂੰ ਬਣਾ ਦਿਓ। ਤੇ ਜਿਹੜੀ ਵੀ ਤੁਹਾਡੇ ਕੋਲ ਅਰਜੀ ਆਉਂਦੀ ਹੈ ਕਿਸੇ NRI ਦੀ, ਉਹਨੂੰ ਮਾਰਕ ਕਰ ਦਿਓ। ਮਾਰਕ ਕਰਕੇ ਨਾਲ DC ਸਾਹਿਬ ਨੂੰ ਟੈਲੀਫੋਨ ਕਰ ਦਿਓ
ਕਿ ਵੀ ਆ ਕਾਨੂੰਗੋ ਆਏਗਾ ਚੈੱਕ ਕਰਨਾ, ਉਹ ਜਿਹੜਾ ਸਦਰ ਕਾਨੂੰਗੋ ਹੁੰਦਾ ਨਾ, ਰਸੀਦ ਜਿਹੜਾ ਰਿਕਾਰਡ ਦਾ ਇੰਚਾਰਜ, ਉਹਨੂੰ ਜਮਾਬੰਦੀ ਦੇਣੀ। ਜਮਾਬੰਦੀ ਇੱਕ ਰਿਕਾਰਡ ਹੁੰਦਾ ਅਪਡੇਟ ਬਣਾ ਕੇ ਹਰ 5 ਸਾਲਾਂ ਬਾਅਦ, ਪਹਿਲਾਂ 4 ਸਾਲ, ਹੁਣ 5 ਸਾਲਾਂ ਬਾਅਦ ਬਣਾ ਕੇ ਆਪਣਾ ਪਟਵਾਰੀ ਬਣਾਉਂਦਾ, ਦੈਨ ਕਾਨੂੰਗੋ ਤਸਦੀਕ ਕਰਦਾ, ਤਹਿਸੀਲਦਾਰ ਦਸਤਖਤ ਕਰਕੇ ਉਹਨੂੰ ਫਾਈਲ ਕਰ ਦਿੰਦੇ ਆ। ਉਹ ਜਮਾ ਪੱਕਾ ਰਿਕਾਰਡ ਹੁੰਦਾ। ਉਹ ਜਮਾਬੰਦੀਆਂ ਉਹਨੂੰ ਪਿਛਲੇ 5 ਸਾਲ ਦੀ, 30 ਸਾਲ ਦੀ, 20 ਸਾਲ ਦੀ ਦੇ ਦਿਓ। ਜਿੱਥੇ ਵੀ ਜਮਾਬੰਦੀ 'ਚ ਰਿਕਾਰਡ ਬਦਲਿਆ ਉੱਥੋਂ ਫੜਿਆ ਜਾਊਗਾ। ਉੱਥੋਂ ਫੜ ਕੇ ਉਹਦੀ ਨਕਲ ਲੈ ਕੇ ਉਹਦੀ ਇੱਕ ਐਪਲੀਕੇਸ਼ਨ ਬਣਾ ਕੇ ਡਿਸਟ੍ਰਿਕਟ, ਜਿਹੜਾ ਡਿਪਟੀ ਕਮਿਸ਼ਨਰ ਦਾ 3 ਰੈਂਕ ਦਾ ਹੁੰਦਾ, ਇੱਕ ਤਾਂ ਡਿਪਟੀ ਕਮਿਸ਼ਨਰ ਫਾਰ ਡਿਵੈਲਪਮੈਂਟ, ਇੱਕ ਡਿਸਟ੍ਰਿਕਟ ਮੈਜਿਸਟਰੇਟ ਫਾਰ ਲੈਂਡ ਆਰਡਰ, ਇੱਕ ਹੁੰਦਾ ਕਲੈਕਟਰ ਫਾਰ ਲੈਂਡ। ਕਲੈਕਟਰ ਦੀ ਅਰਜੀ ਦਿਓ ਤੇ ਉਹਦੀ ਇੰਤਕਾਲ ਕੱਚਾ ਕਰਕੇ ਦੂਜੇ ਦਾ ਇੰਤਕਾਲ ਕਰ ਦਿਓ, ਜਾਏਗਾ। ਤੇ ਨਾਲ ਉਹਦੇ ਆਰਡਰ ਕਰ ਦਿਓ ਕਿ ਜੇ ਉਹ ਐਪਲੀਕੇਸ਼ਨ ਜਾਂਦੀ ਹੈ ਫਾਈਨੈਂਸ਼ੀਅਲ ਕਮਿਸ਼ਨ ਰੈਵਨਿਊ ਕੋਲ, ਉਹ 30 ਦਿਨ ਦੇ ਅੰਦਰ ਅੰਦਰ ਉਹਨੂੰ ਡਿਸਾਈਡ ਕਰੇਗਾ, ਤਾਂ ਜੋ NI ਦੀ ਸਾਰ ਪ੍ਰੋਬਲਮ ਸਾਲ ਹੋ ਜਾਣਗੀਆਂ। ਕੋਈ ਲੋੜ ਹੀ ਕੋਈ ਨਹੀਂ ਹੈਗੀ। ਔਰ ਜਿਹੜੇ NI ਦੀ ਐਪਲੀਕੇਸ਼ਨ ਬਣਾਉਂਦਾ ਰਿਕਾਰਡ ਕੱਢ ਕੇ, ਉਸ NI ਤੋਂ 5000 ਰੁਪਇਆ ਚਾਰਜ ਕਰੇਗਾ। ਸਰਕਾਰ ਤੇ ਖਰਚਾ ਹੀ ਕੋਈ ਨਹੀਂ। ਨਾਲੇ ਤੁਹਾਡਾ ਰਿਕਾਰਡ ਠੀਕ ਹੋ ਜਾਏਗਾ, ਨਾ NRI ਠੀਕ ਹੋ ਜਾਣਗੇ, ਨਾਲੇ ਸਰਕਾਰ ਤੇ ਖਰਚਾ ਕੋਈ ਨਹੀਂ। ਇਸੇ ਤਰ੍ਹਾਂ ਸੈਂਟਰਲ ਗੌਰਮੈਂਟ ਦੇ ਵਿੱਚ ਜਦੋਂ ਮੈਂ ਨੌਕਰੀ ਕਰਦਾ ਸੀ, ਹਰ ਮਹੀਨੇ ਮੈਂ 900 ਰੁਪਇਆ ਸਰਕਾਰ ਨੂੰ ਦਿੰਦਾ ਸੀ ਕਿ ਫਾਰ ਯੂਜ਼ ਆਫ ਗਵਰਨਮੈਂਟ ਵਹੀਕਲ ਫਰਮ ਰੈਜ਼ੀਡੈਂਸ ਟੂ ਆਫਿਸ, ਆਫਿਸ ਟੂ ਬੈਕ। ਤੋਂ ਹੁਣੇ ਉਹ ਚੀਫ ਸੈਕਟਰੀ ਸਾਹਿਬ ਗਵਰਨਮੈਂਟ ਆਫ ਇੰਡੀਆ ਤੋਂ ਲਿਸਟ ਲੈ ਲੈਣ ਕਿ ਕੀ ਰੇਟ ਹੈਗੇ, ਸਾਰੇ ਅਫਸਰਾਂ ਤੋਂ ਪੈਸੇ ਰਿਕਵਰੀ ਕਰਨੀ ਸ਼ੁਰੂ ਕਰ ਦਿਓ, ਸਾਨੂੰ 70-80 ਕਰੋੜ ਰੁਪਇਆ ਸਾਲ ਦਾ ਮਿਲ ਜਾਏਗਾ। ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਆਫਿਸਰ, ਸਰਕਾਰੀ ਆਫਿਸਰ ਕੋਈ ਵੀ ਆਪਣੀ ਸਰਕਾਰੀ ਗੱਡੀ ਨੂੰ ਆਫਿਸ ਤੋਂ ਘਰ ਤੇ ਘਰ ਤੋਂ ਆਫਿਸ ਲੈ ਕੇ ਜਾਂਦਾ ਹੈ, ਘਰ ਤੋਂ ਆਫਿਸ ਜਾਂ ਆਫਿਸ ਤੋਂ ਘਰ ਲੈ ਕੇ ਆਂਦਾ, ਉਹ ਤੋਂ ਮਹੀਨੇ ਦੇ ਮਹੀਨੇ ਤੁਸੀਂ ਜਿਹੜੇ ਸੈਂਟਰਲ ਗਵਰਨਮੈਂਟ ਦੇ ਰੇਟ ਨੇ, ਜਿਵੇਂ ਐਕਸ਼ਨ ਹੈਗਾ, SDM ਹੈਗਾ, DC ਹੈਗਾ, SSP ਹੈਗਾ, ਸੈਕਟਰੀ ਹੈ, ਜੁਆਇੰਟ ਸੈਕਟਰੀ, ਸਾਰੇ ਉਹ ਸੈਂਟਰਲ ਗਵਰਨਮੈਂਟ ਦੇ ਰੇਟ ਲੈ ਕੇ ਇਹਨਾਂ ਤੋਂ ਲੈਣੇ ਸ਼ੁਰੂ ਕਰ ਦਿਓ। ਸਾਨੂੰ 80-90 ਕਰੋੜ ਰੁਪਇਆ ਸਾਲ ਦਾ ਆਮਦਨ ਆ ਜਾਏਗੀ। ਮਤਲਬ ਉਹ ਗੱਡੀ ਦੇ ਪੈਸੇ ਵੀ ਬਿਊਰੋਕਰੇਟਸ ਵੱਲੋਂ, ਆਫੀਸਰਸ ਵੱਲੋਂ ਦੇਣੇ ਬਣਦੇ ਨੇ ਸਰਕਾਰੀ ਖਜ਼ਾਨੇ ਦੇ ਵਿੱਚ, ਕਿ ਉਹਨਾਂ ਨੇ ਸਰਕਾਰੀ ਮਸ਼ੀਨਰੀ ਨੂੰ ਵਰਤਿਆ। ਸੈਂਟਰਲ ਗਵਰਨਮੈਂਟ 'ਚ ਦਿੰਦੇ ਆ, ਇਹਨਾਂ ਤੋਂ ਵੀ ਲਓ। ਉਹ ਕੋੜੀ ਨਵੀਂ ਚੀਜ਼ ਕਰ ਦਿਓ ਤੁਸੀਂ, ਫਿਰ ਤਾਂ ਮਾੜੀ ਹੋਵੇ ਵੀ ਇਕੱਲਿਆਂ ਨੂੰ ਹੋਵੇ, ਉਹ ਉੱਥੇ ਸਾਰੇ ਦਿੰਦੇ ਆ, ਇਹਨਾਂ ਤੋਂ ਵੀ ਲਓ। ਹੋਰ ਬਿਊਰੋਕ੍ਰੈਟਿਕ ਰਿਫਾਰਮ ਕਿਦਾਂ ਦੇ ਹੋਣੇ ਫਿਰ ਚਾਹੀਦੇ? ਇਹਨਾਂ ਨੇ ਇਹ ਦੱਸਿਆ, ਇਹਨਾਂ ਇੱਕ ਹੁੰਦਾ ਸਟੇਟ ਦਾ ਪਲੈਨਿੰਗ ਬੋਰਡ ਹੁੰਦਾ, ਦੈਟ ਇਜ਼ ਅ ਥਿੰਕ ਟੈਂਕ ਸਟੇਟ ਗਵਰਨਮੈਂਟ ਦਾ ਹੁੰਦਾ, ਜਿਹਦੇ 'ਚ CM ਸਾਹਿਬ ਚੇਅਰਮੈਨ ਹੁੰਦੇ ਨੇ, ਇੱਕ ਡਿਪਟੀ ਚੇਅਰਮੈਨ ਹੁੰਦਾ। ਹੁਣ ਇਹਨਾਂ ਨੇ 3 ਬਿਜ਼ਨਸ ਮੈਂ ਲਗਾ ਰੱਖਿਆ ਡਿਪਟੀ ਚੇਅਰਮੈਨ ਆਫ ਦਾ ਸਟੇਟ ਪਲੈਨਿੰਗ ਬੋਰਡ, ਜਿਨ੍ਹਾਂ ਦੀ ਆਪਣੀ ਆਪਣੀ ਇੰਡਸਟਰੀ ਆ। ਉਹਨਾਂ ਨੂੰ ਇੱਕ ਇੰਟਰਸਟ ਹੈ ਕਿ ਆਪਣੀ ਇੰਡਸਟਰੀ ਕਿਵੇਂ ਡਿਵੈਲਪ ਕਰਨੀ ਆ। ਪਲੈਨਿੰਗ ਨਾਲ ਮਤਲਬ ਹੀ ਕੋਈ ਨਹੀਂ। ਕਿਸੇ ਦਾ ਜਰਨੈਲ ਸਿੰਘ ਹੋਏ ਨੇ, ਹੀ ਉਹ ਜਿਹਨੇ ਕਾਮਨਵੈਲਥ ਗੇਮਸ ਆਰਗੇਨਾਈਜ਼ ਕੀਤੀ ਸੀ ਨਾ 1970 'ਚ, ਤੇ ਉਹ ਇਕੱਲੇ ਬੰਦੇ ਵਨ ਮੈਨ ਸ਼ੋਅ ਆ, ਫਸਟ ਕਲਾਸ ਹੋਈਆਂ ਕਾਮਨਵੈਲਥ ਗੇਮਸ। ਉਹਨੂੰ ਤੁਸੀਂ ਇਹ ਡਿਪਟੀ ਸੀਨੀਅਰ ਡਿਪਟੀ ਚੇਅਰਮੈਨ ਲਗਾ ਦਿਓ ਪਲੈਨਿੰਗ ਬੋਰਡ ਦਾ। ਉਹ ਪ੍ਰਾਈਮ ਮਿਨਿਸਟਰ ਆਫਿਸ ਵੀ 8 ਸਾਲ ਰਿਹਾ, ਉਹ ਸਕੀਮਾਂ ਬਣਾ ਕੇ ਸਾਰਾ ਕੁਝ। ਉਹ ਰਿਕਾਰਡ ਹੋਲਡਰ ਹੈ MTech ਪੰਜਾਬ ਯੂਨੀਵਰਸਿਟੀ ਕਾਲਜ ਚੰਡੀਗੜ੍ਹ 1970 ਦਾ। ਫਿਰ ਉਹ ਹਾਰਵਰਡ ਦਾ MBA ਉੱਥੇ ਵੀ ਟੌਪਰ ਹੈ। ਉਹਦੀ ਕਿਤਾਬ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਉਂਦੇ ਆ, ਉਹ 2 ਸਾਲ ਪੜ੍ਹਾ ਕੇ ਆਇਆ। ਇਹ ਰਿਟਾਇਰਡ ਹੈ ਸੈਕਟਰੀ ਟੂ ਗਵਰਨਮੈਂਟ ਇੰਡੀਆ। ਉਹ ਤੁਹਾਡੀ ਪਲੈਨਿੰਗ ਸਾਰੀ ਠੀਕ ਕਰ ਦੂਗਾ, ਨਾਲੇ ਪੈਸੇ ਲੈ ਦੂ। ਜਿਵੇਂ ਹੁਣ ਇਹ G20 ਦੀ ਫੰਕਸ਼ਨ ਹੋਇਆ, the immediate need is ਕਿ ਸਟੇਟ ਗਵਰਨਮੈਂਟ ਇੱਕ ਨੋਡਲ ਮਿਨਿਸਟਰ ਬਣਾਵੇ, 4-5 ਅਫਸਰ ਬਣਾ ਕੇ give a cabinet decision, the decisions of this nodal group will be the decision of the cabinet, then prepare a scheme 100 ਕਰੋੜ ਦੀ ਜਾਂ 1000 ਕਰੋੜ ਦੀ ਕਿ ਕੀ ਹੋਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ, ਆ ਹੋਣਾ ਚਾਹੀਦਾ, ਆ ਹੋਣਾ ਚਾਹੀਦਾ ਕਰਕੇ ਗੋ ਟੂ ਗਵਰਨਮੈਂਟ ਆਫ ਇੰਡੀਆ। 1000 ਕਰੋੜ ਮੰਗੋ, 800-900 ਕਰੋੜ ਮਿਲ ਜਾਏਗਾ। ਤੋ ਯੂ ਇੰਪਰੂਵ ਦਾ ਅੰਮ੍ਰਿਤਸਰ ਐਂਡ ਉਹਦੇ ਨਾਲ ਸ਼ੁਰੂ ਕਰ ਲਓ। ਅਜੇ ਤੱਕ ਇਹਨਾਂ ਨੇ ਉਹ ਕੰਮ ਸ਼ੁਰੂ ਨਹੀਂ ਕੀਤਾ ਹੈਗਾ। ਉਹੀ ਚੱਲ ਰਿਹਾ ਅੰਮ੍ਰਿਤਸਰ ਦੇ ਵਿੱਚ। ਟ੍ਰੈਫਿਕ ਦਾ ਇੰਨਾ ਬੁਰਾ ਹਾਲ ਹੈ, ਮੈਂ ਗਿਆ, ਮੈਂ ਆਪਣੀ ਗੱਡੀ ਖੜੀ ਕਰ ਲਈ ਰੈੱਡ ਲਾਈਟ ਤੇ, ਉਹ ਪਿੱਛੋਂ ਹਾਰਨ ਤੇ ਹਾਰਨ ਇੱਕ ਬੰਦਾ ਕਹਿੰਦਾ ਤੁਸੀਂ ਚੱਲਦੇ ਕਿਉਂ ਨਹੀਂ? ਮੈਂ ਕਿਹਾ ਪਾਰਲੀਮੈਂਟ 'ਚ ਰੈੱਡ ਲਾਈਟ ਹੈਗੀ ਆ। ਕਹਿੰਦਾ ਜੀ ਇੱਥੇ ਰਿਵਾਈਜ਼ ਨਹੀਂ ਹੈਗਾ ਰੈੱਡ ਲਾਈਟ ਦਾ, ਚੰਡੀਗੜ੍ਹ 'ਚ ਹੁੰਦਾ ਹੋਣਾ। ਤੋ ਇੰਨਾ ਬੁਰਾ ਹਾਲ ਹੈ ਹੁਣ ਅੰਮ੍ਰਿਤਸਰ ਦਾ। ਅੰਮ੍ਰਿਤਸਰ ਨੂੰ ਵਧੀਆ ਬਣਾਓ, ਬਿਊਟੀਫੁਲ ਕਰਨ ਦਾ ਮੌਕਾ ਹੈਗਾ। ਜਰਨੈਲ ਸਿੰਘ ਵਰਗਾ ਬੰਦਾ ਹੋਵੇ ਇੱਥੇ, ਇਹਨਾਂ ਨੂੰ 1000 ਕਰੋੜ ਰੁਪਇਆ ਲਿਆ ਦੇਗਾ। ਉਹ ਪ੍ਰਾਈਮ ਮਿਨਿਸਟਰ ਆਫਿਸ 'ਚ 8 ਸਾਲ ਰਿਹਾ, 4 ਪ੍ਰਾਈਮ ਮਿਨਿਸਟਰ ਨੌਕਰੀ ਕੀਤੀ ਆ, ਉਹਨੂੰ ਪਤਾ। ਨਾਲੇ ਉਹਦੀ ਕਿਤਾਬਾਂ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਉਂਦੇ ਆ, ਪ੍ਰੋਜੈਕਟ ਮੈਨੇਜਮੈਂਟ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਉਂਕਿ G20 ਸਮਿਟ ਆ, ਉਹਦੇ ਅੰਮ੍ਰਿਤਸਰ ਵੀ ਪ੍ਰੋਗਰਾਮ ਹੈਗੇ ਨੇ, ਉਹਦੇ ਲਈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਹੋਰ ਫੰਡਸ ਦੀ ਮੰਗ ਕਰਨੀ ਚਾਹੀਦੀ ਕਿ ਅਸੀਂ ਅੰਮ੍ਰਿਤਸਰ ਨੂੰ 1000 ਕਰੋੜ। ਜੇ ਤੁਸੀਂ ਬਗੈਰ ਰੋਏ ਤੋਂ ਮਾਂ ਵੀ ਦੁੱਧ ਨਹੀਂ ਦਿੰਦੀ। ਜੇ ਤੁਸੀਂ ਸਕੀਮ ਬਣਾ ਕੇ ਲਿਜਾਓਗੇ 1200 ਕਰੋੜ ਦੀ, 1000 ਕਰੋੜ ਮਿਲ ਜਾਊਗਾ। ਤੁਸੀਂ ਆਪਣਾ ਡਿਵੈਲਪ ਕਰ ਲਓ, ਯੂਜ਼ ਕਰ ਲਓ। ਇਟਸ ਸੱਚ ਏ ਬਿਊਟੀਫੁਲ ਪਲੇਸ ਫਾਰ ਟੂਰਿਜ਼ਮ।
ਉੱਥੇ 3 ਦਿਨ ਦਾ ਪੈਕੇਜ, 5 ਦਿਨ ਦਾ ਪੈਕੇਜ, 7 ਦਿਨ ਦਾ ਪੈਕੇਜ, ਫਿਰ ਉਹਨੂੰ ਜੰਮੂ ਕਟੜਾ ਲਿੰਕ ਅਪ ਕਰ ਦਿਓ, ਸਾਰਾ ਕੁਝ ਉੱਧਰ ਕਰਕੇ ਉਹ ਯੂ ਕੈਨ ਡਿਵੈਲਪ ਦਾ ਟੂਰਿਜ਼ਮ ਇੰਡਸਟਰੀ। ਜਿਵੇਂ ਉੱਥੇ ਹਰੀਕੇ ਪੱਤਣ ਆ, ਉੱਥੇ ਬੋਟਿੰਗ ਕਰਾਓ, ਮੋਟਰ ਬੋਟਿੰਗ ਕਰਾਓ, ਸਾਰਾ ਕੁਝ ਯੂ ਹੈਵ ਅ ਪੈਕੇਜ, 3 ਡੇਜ਼ ਪੈਕੇਜ, 5 ਡੇਜ਼ ਪੈਕੇਜ, 7 ਡੇਜ਼ ਪੈਕੇਜ ਕਰਕੇ ਫਿਰ ਉਹ ਕਟੜਾ ਦੇ ਵਿੱਚ ਵੈਸ਼ਨੋ ਦੇਵੀ ਲੈ ਜਾਓ ਉਹਨਾਂ ਨੂੰ। ਤਾਂ ਸਾਰਿਆਂ ਨੂੰ ਇਸ ਸਕੀਮ ਇੱਕ 2016 ਚ ਅਕਾਲੀਆਂ ਨੇ ਬਣਾਈ ਸੀ ਟੂਰਿਜ਼ਮ ਸਕੀਮ ਪੰਜਾਬ ਦੀ, ਉਹ ਵੀ ਪਈ ਆ ਇਹਨਾਂ ਕੋਲੋਂ, ਪਤਾ ਨਹੀਂ ਚੀਫ ਸੈਕਟਰੀ ਸਾਹਿਬ ਨੂੰ ਪਤਾ ਨਹੀਂ ਪਤਾ ਹੈਗਾ, ਉਹਨੂੰ ਕੱਢੋ, ਕੱਢ ਕੇ ਉਹਨੂੰ ਇੰਪਰੂਵ ਕਰਕੇ ਇੰਪਲੀਮੈਂਟ ਕਰੋ। ਜੀ ਸਰ, ਇਸ ਵੀਡੀਓ ਦੇ ਅੰਤ ਦੇ ਵਿੱਚ ਤੁਸੀਂ ਅੱਜ ਦੀ ਪੰਜਾਬ ਦੀ ਯੂਥ ਦੀ ਬੇਚੈਨੀ ਨੂੰ ਕਿਵੇਂ ਦੇਖਦੇ ਹੋ? ਯੂਥ ਦਾ ਇਹੀ ਤੇ ਮੈਂ ਕਹਿ ਰਿਹਾ ਜੀ, ਜਿਵੇਂ ਇੱਕ ਗਵਰਨਮੈਂਟ ਦੀ ਸਕੀਮ ਹੈਗੀ ਖੇਲੋ ਇੰਡੀਆ, ਖੇਲੋ ਇੰਡੀਆ ਦੇ ਅੰਡਰ ਸਕੀਮਾਂ ਬਣਾ ਲਓ ਪਿੰਡਾਂ ਵਾਸਤੇ। 100 ਫੁੱਟ ਲੰਬਾ, 50 ਫੁੱਟ ਚੌੜਾ, 30 ਫੁੱਟ ਉੱਚਾ ਇੰਡੋਰ ਹਾਲ ਬਣਾ ਦਿਓ, ਜਿਹਦੇ 'ਚ ਵਾਲੀਬਾਲ, ਕਬੱਡੀ, ਰੈਸਲਿੰਗ, ਬਾਕਸਿੰਗ ਖੇਲੀ ਜਾਵੇ। ਉਹ ਉਹਨਾਂ ਦੇ ਸਕੀਮ ਗਵਰਨਮੈਂਟ ਆਫ ਇੰਡੀਆ ਕੋਲ ਲੈ ਜਾਓ, ਗਵਰਨਮੈਂਟ ਆਫ ਇੰਡੀਆ ਸੈਂਕਸ਼ਨ। ਅੱਧੇ ਪੈਸੇ ਸਟੇਟ ਗਵਰਨਮੈਂਟ ਨੇ ਦੇਣੇ, ਅੱਧੇ ਪੈਸੇ ਸੈਂਟਰ ਗਵਰਨਮੈਂਟ ਨੇ। ਸਟੇਟ ਗਵਰਨਮੈਂਟ ਜੇ ਨਹੀਂ ਦੇ ਸਕਦੀ ਪੂਰੇ, ਉਹ ਪਿੰਡਾਂ ਨੂੰ ਕਹੋ ਵੀ ਤੁਸੀਂ ਇਕੱਠੇ ਕਰੋ, ਪਿੰਡਾਂ 'ਚ NRI ਬੈਠੇ ਨੇ, ਉਹਨਾਂ ਨੂੰ ਰਲਾ ਕੇ ਉਹ ਸ਼ੁਰੂ ਕਰ ਦਿਓ। ਸਟਾਰਟ ਯੂਜ਼ਿੰਗ ਦਾ ਯੂਥ ਐਂਡ ਸਟਾਰਟ ਗਾਈਡਿੰਗ ਦਾ ਯੂਥ ਕਿ ਵੀ ਕੈਨੇਡਾ ਕਿਵੇਂ ਜਾਣਾ। ਜਿਹੜੇ ਹੁਣ ਮੇਰੇ ਵਰਗੇ ਰਿਟਾਇਰਡ ਬਿਊਰੋਕਰੈਟ ਨੇ, ਪਿੰਡਾਂ ਦੇ ਸਕੂਲਾਂ 'ਚ ਜਾ ਕੇ ਮੁੰਡਿਆਂ ਨੂੰ ਗਾਈਡ ਕਰੋ, ਦੇ ਵਿਲ ਬੀ ਟੂ ਹੈਪੀ। ਤੇ ਫਿਰ ਉਹਦੇ 'ਚ ਕੁਛ ਨਾ ਕੁਛ ਸਕਿੱਲ ਡਿਵੈਲਪਮੈਂਟ ਉਹਨਾਂ ਨੂੰ। IIT ਦੇ ਵਿੱਚ ਡਾਂਗਰੀ ਪਾ ਕੰਪਲਸਰੀ ਕਰ ਦਿਓ। ਪੈਂਟ ਔਰ ਸ਼ਰਟ ਜੁੜੀ ਵੀ ਹੁੰਦੀ ਆ, ਜਿਵੇਂ ਉਹ ਫੌਜ ਦੇ ਵਿੱਚ ਹੁੰਦਾ ਜੀ, ਡਾਂਗਰੀ ਪਾਈ ਵੀ ਹੱਥ ਕਾਲੇ ਹੋਣ ਦਾ ਕੋਈ ਡਰ ਨਹੀਂ। ਉਹ ਫੱਟ ਗੱਡੀ ਦੇ ਵੜ ਕੇ ਨਟ ਬੋਲਟ ਕਰੋ, ਜੋ ਕਰਨਾ। ਉਹਨਾਂ ਨੂੰ ਕਲਾਸ ਡਾਂਗਰੀ 'ਚ ਲਗਾਓ, ਪਲੰਬਰ ਦਾ ਕੋਰਸ ਕਰਾਓ, ਵੈਲਡਰ ਦਾ ਕਰਾਓ, ਇਲੈਕਟ੍ਰੀਸ਼ੀਅਨ ਦਾ ਕਰਾਓ। ਇਹਨਾਂ ਨੂੰ ਟ੍ਰੇਨ ਕੇ ਕਿਸੇ ਨੂੰ ਦਵਾਈ, ਕਿਸੇ ਨੂੰ ਇੰਨੇ ਤੁਹਾਡੇ ਪੰਜਾਬੀ ਬਾਹਰ ਬੈਠੇ ਨੇ, ਕਿਸੇ ਨੂੰ ਲੱਕੜੀ ਦਾ ਮਿਸਤਰੀ ਭੇਜੋ, ਤੇ ਦੇ ਵਿਲ ਅਰਨ ਦਾ ਫਾਰਨ ਐਕਸਚੇਂਜ। ਨਾਲੇ ਫਾਰਨ ਕੰਟਰੀ ਜਾਣਗੇ, ਤੇ ਨਾਲੇ ਉਹ ਇਨਕਮ ਤੁਹਾਨੂੰ ਆਏਗੀ, ਤੇ ਨਾਲੇ ਇੰਪਲੋਇਮੈਂਟ ਜਨਰੇਟ ਹੋਏਗੀ। ਯੂ ਹੈਵ ਟੂ ਹੈਵ ਦਾ ਸਕੀਮਸ। ਤੇ ਜਿਵੇਂ ਖੇਲੋ ਇੰਡੀਆ ਦੀ ਇੰਡੋਰ ਹਾਲ ਹੈਗਾ, ਉਹ ਬਣਾਓ। ਤੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਟੂ ਰਿਵਾਈਵ ਦਾ ਟ੍ਰੈਡੀਸ਼ਨਲ ਹਾਕੀ, ਜਿਹੜੀ ਪੁਰਾਣੀ ਹੁੰਦੀ ਸੀ ਨਾ, ਉਹ ਕੱਚੀ ਗਰਾਊਂਡ ਤੇ ਸ਼ਹਿਤੂਤ ਦੀ ਹਾਕੀ ਸਟਿਕਰਾਂ, ਤੇ ਉਹ ਸ਼ਾਰਟ ਪਾਸ ਐਂਡ ਡ੍ਰਿਬਲ, ਤੇ ਉਹ ਰਿਵਾਈਵ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਦੇ ਦੇਰ ਵੀ ਲਾਟ ਆਫ ਇੰਟਰਸਟ ਇਨ ਦਾ। ਪਿੰਡਾਂ 'ਚ ਪਿੰਡ 'ਚ ਹਾਕੀ ਖੇਲਣਗੇ ਬੱਚੇ, ਉਹਨਾਂ ਦੀ ਗੈਸ ਨਿਕਲ ਜਾਏਗੀ, ਜੋਸ਼ ਨਿਕਲ ਜਾਏਗਾ, ਆਰਾਮ ਨਾਲ ਸੌਣਗੇ, ਡਰੱਗ ਐਡਿਕਸ਼ਨ ਤੋਂ ਬਚਣਗੇ। ਯੂ ਹੈਵ ਟੂ ਗਿਵ ਦੇ ਆਲਟਰਨੇਟਿਵ। ਹੁਣ ਕੰਮ ਧੰਦਾ ਹੈ ਨਹੀਂ, ਉਹ ਸ਼ਾਮ ਨੂੰ ਪੀ ਲੈਂਦੇ ਆ ਵਿਸਕੀ, ਆਪਣਾ ਦੇਸੀ ਪੀ ਲੈਂਦੇ ਆ, ਜਾਂ ਡਰੱਗ ਖਾ ਲੈਂਦੇ ਆ। So you have to divert by giving them an alternative, and a good alternative. It is not that bad. It can be retrieved. Punjab ਦੀ old glory can be regained. ਹਾਲੇ ਸਾਡੀ ਨੰਬਰ 1 ਤੇ ਹੁੰਦੇ ਸੀ, ਅਸੀਂ ਬੜੇ ਖੁਸ਼ ਹੁੰਦੇ ਸੀ, ਉਹ ਪੰਜਾਬ ਆ ਪੰਜਾਬ ਆ। ਹੁਣ 19ਵੇਂ ਨੰਬਰ ਤੇ ਦੇਖ ਕੇ ਸ਼ਰਮ ਆਉਂਦੀ ਹੈ। ਜੀ ਸਰ, ਆਪਾਂ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਜੀ। ਅੱਜ ਦੇ ਲਈ ਮੈਨੂੰ ਲੱਗਦਾ ਇੰਨਾ ਜੀ ਸਫੀਸ਼ੀਐਂਟ ਹੈਗਾ। ਤੁਹਾਡਾ ਬਹੁਤ ਧੰਨਵਾਦ। ਐਂਡ ਦੇ ਵਿੱਚ ਤੁਸੀਂ ਕੁਝ ਵੀ ਕਹਿਣਾ ਚਾਹੋ ਤਾਂ ਪਲੀਜ਼ ਸਰ। ਨਹੀਂ ਜੀ, ਬਸ ਕੁਛ ਨਹੀਂ ਹੈਗਾ, ਉਹੀ ਹੈ ਵੀ ਨੀਅਤ ਸਾਫ਼ ਹੋਵੇ, ਸਭ ਕੁਝ ਠੀਕ ਹੋ ਸਕਦਾ। The present government is a good government, but ਇਹਨਾਂ ਕੋਲ ਐਕਸਪੀਰੀਅੰਸ ਨਹੀਂ ਹੈ, ਤਜਰਬਾ ਨਹੀਂ ਹੈ। ਤੇ ਉਹ ਬਸ ਇਹਦੇ 3-4 ਮਿਨਿਸਟਰ ਚੰਗੇ ਨੇ, ਜਿਵੇਂ ਇਹ ਡਾਕਟਰ ਨਿੱਜਰ ਅੱਛਾ ਹੈਗਾ, ਸੁਲਝਿਆ ਹੋਇਆ ਮਿਨਿਸਟਰ ਹੈ। ਮਿਸਟਰ ਕੁਲਦੀਪ ਸਿੰਘ ਧਾਲੀਵਾਲ ਹੈ, ਇਹ ਵੀ ਸੁਲਝਿਆ ਹੋਇਆ ਮਿਨਿਸਟਰ ਹੈ। ਮੈਂ ਉਹ 13 ਮਹੀਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਈਸ ਚਾਂਸਲਰ ਦੀ ਪੋਸਟ ਖਾਲੀ ਰਹੀ ਹੈ। ਕਈ ਮਿਨਿਸਟਰਾਂ ਨੂੰ ਕਿਹਾ, ਇੱਕੋ ਮਿਨਿਸਟਰ ਸੀਗਾ ਕਾਕਾ ਰਣਦੇਵ ਸਿੰਘ, ਪਤਾ ਨਹੀਂ ਉਹਨੂੰ ਕਿਹਾ 6 ਮਹੀਨੇ ਪਹਿਲਾਂ, ਕਹਿੰਦਾ ਜੀ ਵੀ ਆਰ ਮੇਕਿੰਗ ਸ਼ਾਰਟ ਲਿਸਟ। ਮੈਂ ਕਿੰਨੇ ਦਿਨ ਕਿਹਾ, 30 ਦਿਨ। ਮੈਂ ਕਿਹਾ ਗੱਲ ਕੀ ਕਰਦਾ, ਯੂ ਆਰ ਟਾਕਿੰਗ ਟੂ ਯੂਰ ਬਿਊਰੋ, ਮੈਨੂੰ ਭੇਜ ਦੇ, ਮੈਂ 6 ਘੰਟੇ ਤੇਰੀ ਸ਼ਾਰਟ ਲਿਸਟ ਕਰ ਦੇਣਾ। ਕੱਖ ਨਹੀਂ ਹੋਇਆ। ਇਹ ਕੁਲਦੀਪ ਸਿੰਘ ਧਾਲੀਵਾਲ ਨੂੰ ਇੱਕ ਦਿਨ ਮੈਂ ਕਿਹਾ ਜੀ, 3 ਦਿਨ, ਉਹ 3 ਦਿਨ ਦੇ ਅੰਦਰ ਅੰਦਰ ਹੀ ਉਹਨੇ ਵਾਈਸ ਚਾਂਸਲਰ ਅਪਾਇੰਟ ਕਰਤਾ। ਤੋ ਇਸ ਕਰਕੇ ਹੀ ਲੁਕਸ ਟੂ ਬੀ ਅ ਸੀਰੀਅਸ ਮਿਨਿਸਟਰ। ਥੀਸ ਟੂ ਆਰ ਦਾ ਫਿਊਚਰ ਆਫ ਪੰਜਾਬ। ਠੀਕ ਹੈ ਜੀ ਸਰ, ਤੁਸੀਂ ਆਪਣੇ ਵਿਚਾਰ ਸ਼ੇਅਰ ਕੀਤੇ, ਧੰਨਵਾਦ ਸਰ। ਓਕੇ ਜੀ, ਥੈਂਕ ਯੂ।